श्री वाहिगुरु साहिब जी। श्री नानक पाद पंकज बंदन पाद पंकज बंदन सिमरो अंगद दोख निकंदन अमरदास गुर हृदय त्यागो हृदय त्यागो रामदास गुण गावो श्री अर्जुन विघ्नन के नाशक विघ्नन के नाशक हर गोविंद शुभ समत प्रकाशक श्री हर राय नमोकार जोरी नमोकार जोरी और हर कृष्ण मनाए विभोरी तेग बहादुर परम कृपाला परम कृपाला श्री गुरु गोबिंद सिंह विशाला तारो तारा पर पुन पुन सीसा पुन पुन सीसा बार बार जगदीसा जिसमन अमृत ज्ञान है मानक भगत विराग गुरु ग्रंथ साहिब ओदद बंद कर अनुराग एकंकार सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए पतत पावन भगत वशल कृपा निधान रहता दे सागर मेरी पीरी दे मालक साहिब श्री गुरु हरगोबिंद साहिब जियां दे पावन पावन पवित्र अस्थान दे उपर साहिब श्री गुरु ग्रंथ साहिब जियां दे चरण परसद ही गुरु रूप गुरु खालसा साध संगत जी सतगुਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਦਾ ਆਨੰਦ ਮਾਣ ਰਹੇ ਹਾਂ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਤਾਈਂ ਭਗਤ ਧਰੂਪ ਜੀਆਂ ਦਾ ਇਤਿਹਾਸ ਸੁਣਾਉਂਦੇ ਨੇ ਕਿ ਕਿਸ ਪ੍ਰਕਾਰ ਉਹਨਾਂ ਨੇ ਭਗਤੀ ਕੀਤੀ ਹੈ, ਨਾਮ ਜਪਿਆ ਹੈ, ਨਾਮ ਦੇ ਆਸਰੇ ਰਾਜ ਭਾਗ ਪ੍ਰਾਪਤ ਕੀਤਾ ਹੈ, ਕਿਵੇਂ ਅਸਮਾਨ ਦੇ ਵਿੱਚੋਂ ਸੁੰਦਰ ਪਾਲਕੀ ਆਉਂਦੀ ਹੈ ਭਗਤ ਧਰੂਪ ਜੀਆਂ ਨੂੰ ਲੈ ਕੇ ਜਾਂਦੀ ਹੈ। ਜਦੋਂ ਐਸਾ ਇਤਿਹਾਸ ਸਤਿਗੁਰੂ ਜੀ ਸੁਣਾਉਂਦੇ ਨੇ ਭਾਈ ਮਰਦਾਨਾ ਜੀ ਬੇਨਤੀ ਕਰਦੇ ਨੇ ਮਹਾਰਾਜ ਜਿਸ ਭਗਤ ਧਰੂਪ ਦਾ ਇਤਿਹਾਸ ਇਤਨਾ ਸੁੰਦਰ ਹੈ ਤੇ ਆਪ ਕੈਸਾ ਹੋਵੇਗਾ। ਮਹਾਰਾਜ ਮਨ ਦੀ ਇੱਛਾ ਹੈ ਕਿ ਭਗਤ ਧਰੂਪ ਜੀਆਂ ਦੇ ਦਰਸ਼ਨ ਕੀਤੇ ਜਾਣ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਨਾਲੇ ਮਰਦਾਨੇ ਨੂੰ ਨਾਲ ਲੈ ਕਰਕੇ ਜਦੋਂ ਧਰੂਪ ਦੇ ਕੋਲ ਜਾਂਦੇ ਨੇ
ਤੇ ਭਗਤ ਧਰੂਜ ਇਸ ਪ੍ਰਕਾਰ ਤਿੰਨਾਂ ਨੂੰ ਵੇਖ ਕਰਕੇ ਬੜਾ ਹੈਰਾਨ ਹੁੰਦੇ। ਸਵਾਲ ਕਰਦੇ ਨੇ ਕਿ ਇੱਥੇ ਤੁਸੀਂ ਕਿਸ ਦੇ ਆਸਰੇ ਆਏ ਹੋ? ਇੱਥੇ ਆਉਣਾ ਸੌਖਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਭਗਤ ਧਰੂਜ ਜੀ, ਅਸੀਂ ਇੱਥੇ ਪਰਮੇਸ਼ਰ ਦੇ ਨਾਮ ਆਸਰੇ ਆਏ। ਇਹਦਾ ਆਪਸ ਦੇ ਵਿੱਚ ਬੜੀਆਂ ਸੁੰਦਰ ਵਿਚਾਰਾਂ ਵਾਰਤਾਲਾਪ ਹੁੰਦੀ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਭਗਤ ਧਰੂਜ ਜੀ ਕਹਿੰਦੇ ਨੇ ਕਿ ਮੈਂ ਆਪ ਜੀਆਂ ਦੇ ਬਾਰੇ ਸੁਣਿਆ ਸੀ ਕਿ ਮਾਤ ਲੋਕ ਤੇ ਪਰਮੇਸ਼ਰ ਆਪ ਉਤਰੇ। ਆਪ ਜੀਆਂ ਨੇ ਆਪ ਕਰਕੇ ਦਰਸ਼ਨ ਦਿੱਤੇ, ਮੇਰੇ ਵੱਡੇ ਭਾਗ ਜਾਗੇ ਨੇ ਆਪ ਜੀਆਂ ਦੀ ਕਿਰਪਾ ਹੋਈ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਔਰ ਮਰਦਾਨੇ ਨੂੰ ਭਗਤ ਧਰੂਜ ਕੋਲ ਛੱਡ ਕਰਕੇ ਆਪ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਸੱਚਖੰਡ ਜਾਂਦੇ ਨੇ। ਜੈਸੀ ਸੱਚਖੰਡ ਦੀ ਮਹਿਮਾ ਹੈ, ਜੈਸੇ ਸੁੰਦਰ ਦਰਵਾਜ਼ੇ ਹਨ, ਜੈਸੇ ਉੱਥੇ ਫੁੱਲਾਂ ਫਲਾਂ ਦੀਆਂ ਬਗੀਚੀਆਂ ਨੇ। ਕਵੀ ਜੀ ਉਹਨਾਂ ਨੇ ਪਿਛਲੇ ਇਤਿਹਾਸ ਵਿੱਚ ਵਰਣਨ ਕੀਤੀਆਂ ਨੇ। ਆਓ ਜਿਸ ਪ੍ਰਕਾਰ ਅੱਗੇ ਇਤਿਹਾਸ ਆਉਂਦਾ ਹੈ, ਸੱਚਖੰਡ ਦੀ ਮਹਿਮਾ ਕਵੀ ਜੀ ਕਰਦੇ ਨੇ ਕਿ ਕੈਸੇ ਉੱਥੇ ਭਗਤ ਨੇ, ਕੈਸੇ ਸੁੰਦਰ ਰੂਪ ਹਨ, ਕੈਸੇ ਸੁੰਦਰ ਗਹਿਣਿਆਂ ਧਾਰਨ ਕੀਤਾ ਹੈ। ਆਉਣ ਵਾਲਾ ਗੁਰ ਇਤਿਹਾਸ ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨੀਲ ਸਿਲਾ ਪਰ ਘੋਰ ਜਿਉ। ਕਵੀ ਜੀ ਕਹਿੰਦੇ ਜਿਹੜੇ ਸੱਚਖੰਡ ਦੇ ਵਾਸੀ ਹਨ, ਉਹਨਾਂ ਦੇ ਜਿਹੜੇ ਸੁੰਦਰ ਰੂਪ ਹਨ, ਨਾਮ ਜਪ ਜਪ ਕੇ ਐਸੇ ਨੀਲੇ ਹੋਏ ਨੇ। ਆਤਪ ਪਰਿਉ ਸਫਾਈ। ਤੇ ਉਹਨਾਂ ਦੇ ਸੁੰਦਰ ਰੂਪ ਉੱਪਰ ਪੈਂਦੀਆਂ ਪ੍ਰਕਾਸ਼ ਦੀਆਂ ਕਿਰਨਾਂ ਸੋਭਦੀਆਂ ਨੇ। ਕੁੰਡਲ ਮੀਨਾਕਾਰ ਜੀ। ਜਿਨ੍ਹਾਂ ਦੇ ਕੰਨਾਂ ਦੇ ਅੰਦਰ ਮੀਨਾ ਮੱਛੀ ਆਕਾਰ ਦੇ ਕੁੰਡਲ ਪਾਏ ਨੇ। ਪਹਿਰੇ ਕੰਮ ਸੁਭਾਈ। ਉਹ ਕੁੰਡਲ ਵੀ ਉਹਨਾਂ ਦੇ ਕੰਨਾਂ ਵਿੱਚ ਪੈ ਕਰਕੇ ਸੋਭਾ ਪਾਉਂਦੇ ਨੇ। ਚੌਪਈ ਚਾਰ ਭੁਜਾ ਭੂਖਨ ਜਿਨ ਚਾਰੂ। ਜਿਨ੍ਹਾਂ ਦੀਆਂ ਚਾਰ ਚਾਰ ਬਾਹਾਂ ਨੇ ਔਰ ਚਾਰਾਂ ਹੀ ਬਾਹਾਂ ਦੇ ਵਿੱਚ ਜਿਹੜੇ ਸੁੰਦਰ ਗਹਿਣੇ ਪਾਏ ਨੇ। ਕੰਕਨ ਅੰਗਦ ਮੁੰਦਰਕ ਧਾਰੂ। ਕੜੇ ਪਾਏ ਹੋਏ ਨੇ ਡੌਲਿਆਂ ਉੱਪਰ, ਇਸ ਪ੍ਰਕਾਰ ਬਹੁਤੇ ਪਾਏ ਨੇ ਮੁੰਦਰੀਆਂ ਆਦਿਕ ਸੋਭ ਰਹੀਆਂ ਨੇ। ਸੀਸ ਕਰੀਟ ਧਰੇ ਛਿਪ ਪਾਵਤ। ਤੇ ਸਿਰਾਂ ਦੇ ਉੱਪਰ ਜਿਹੜੇ ਸੁੰਦਰ ਤਾਜ ਸੁੰਦਰ ਮੁਕਟ ਪਹਿਨੇ ਨੇ ਸੋਭਾ ਪਾਉਂਦੇ ਹਨ। ਅੱਖ ਕੁੰਦਲ ਕੱਜ ਮਨਹਿ ਚਰਾਵਤ। ਜਿਹੜੇ ਕਾਲੇ ਕੇਸ ਨੇ ਐਸੇ ਨੇ, ਕਵੀ ਜੀ ਕਹਿੰਦੇ ਮਨਾਂ ਨੂੰ ਜਿੱਤ ਰਹੇ ਨੇ, ਚਰਾ ਰਹੇ ਨੇ। ਤਹਾਂ ਪੂਜੇ ਜਾਏ ਕਿਰਪਾਲਾ। ਉਹਨਾਂ ਥਾਵਾਂ ਦੇ ਉੱਪਰ ਜਾ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ। ਮਿਲੇ ਭਗਤ ਉਠ ਪ੍ਰੇਮ ਵਿਸਾਲਾ। ਜਦੋਂ ਗੁਰੂ ਨਾਨਕ ਦਾ ਸੁੰਦਰ ਸਰੂਪ ਭਗਤਾਂ ਨੇ ਵੇਖਿਆ ਹੈ, ਉੱਠ ਕਰਕੇ ਸਤਿਗੁਰਾਂ ਤਾਈਂ ਮਿਲੇ ਨੇ। ਬੰਧਨ ਕਰਹਿ ਬੰਦ ਕਰ ਦੋ। ਹੱਥ ਜੋੜ ਜੋੜ ਕੇ ਗੁਰੂ ਨਾਨਕ ਦੇਵ ਮਾਤ ਲੋਕ ਤੋਂ ਆਏ ਨੇ, ਸਾਰੇ ਹੀ ਨਮਸਕਾਰਾਂ ਕਰਦੇ ਨੇ। ਪਰਮ ਆਨੰਦ ਪਾਏ ਉਸੋ। ਤੇ ਬਹੁਤਾ ਆਨੰਦ ਸਤਿਗੁਰਾਂ ਦੇ ਦਰਸ਼ਨਾਂ ਦਾ ਪਾਉਂਦੇ ਨੇ ਜੀ। ਪਰਸਨ ਸਖੇ ਤੁਮ ਆਦ ਅਨਾਦੂ। ਵਡਿਆਈਆਂ ਕਰਦੇ ਨੇ ਕਿ ਤੁਸੀਂ ਆਦਿ ਤੋਂ ਮੁੱਢ ਤੋਂ ਹੀ ਪ੍ਰਕਾਸ਼ਕ ਰੂਪ ਹੋ। ਸਰਬ ਜਨਨ ਦਾਨੀ ਅਹਿਲਾਦੂ। ਆਪਣੇ ਦਾਸਾਂ ਸੇਵਕਾਂ ਗੁਰਸਿੱਖਾਂ ਤਾਈਂ ਆਨੰਦ ਦਿੰਦੇ ਹੋ। ਮਹਿਮਾ ਨਾਮ ਜਗਤ ਵਿਸਤਾਰਕ। ਆਪ ਜੀਆਂ ਨੇ ਜਾ ਕਰਕੇ ਮਾਤ ਲੋਕ ਦੇ ਉੱਪਰ ਬੜੀ ਨਾਮ ਦੀ ਮਹਿਮਾ ਫੈਲਾਈ ਹੈ। ਜੋਗ ਜੁਗ ਭਗਤਨ ਗੋਰਖ ਬਾਰਕ। ਤੇ ਹਰ ਯੁੱਗ ਯੁੱਗ ਦੇ ਵਿੱਚ ਜਦੋਂ ਜਦੋਂ ਵੀ ਭਗਤ ਆਏ ਨੇ, ਆਪ ਜੀਆਂ ਨੇ ਧੰਨ ਗੁਰੂ ਨਾਨਕ ਉਹਨਾਂ ਦੀ ਰਾਖੀ ਕੀਤੀ ਹੈ। ਮ੍ਰਿਦਲ ਮਧੁਰ ਤਿਨ ਸੋ ਬਚ ਕਹਿ ਕੈ। ਇਹਨਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਉਹਨਾਂ ਭਗਤਾਂ ਦੀ ਬੜੀ ਸੁੰਦਰ ਵਿਚਾਰ ਹੋਈ। ਮਹਾਰਾਜ ਇਸ ਪ੍ਰਕਾਰ ਕੋਮਲ ਕੋਮਲ ਬੋਲ ਬੋਲ ਕੇ ਗਮਨੇ
ਪ੍ਰਭ ਦਰਸ਼ਨ ਹਿਤ ਇੱਕ ਚਹਿਕੈ। ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਮਹਾਰਾਜ ਅੱਗੇ ਚੱਲੇ ਨੇ। ਅੱਗੇ ਆਗੇ ਬੇਦੀ ਕੁਲਦੀਪਾ। ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਅੱਗੇ ਗਏ ਨੇ। ਜਿਨ ਜਿਨ ਪਾਈ ਮੋਖ ਸਮੀਪਾ। ਜਿਨ੍ਹਾਂ ਭਗਤਾਂ ਨੇ ਮੋਖ ਸਮੀਪਾ ਮੁਕਤੀ ਪ੍ਰਾਪਤ ਕੀਤੀ ਸੀ। ਤਿਨ ਕੀ ਮਹਿਮਾ ਕੌਣ ਉਚਰਤੀ। ਕਵੀ ਜੀ ਕਹਿੰਦੇ ਉਹਨਾਂ ਦੀ ਭਲਾ ਭਾਈ ਮਹਿਮਾ ਕੌਣ ਕਰ ਸਕਦਾ ਹੈ। ਜੇ ਸਦੀਵ ਦਰਸ਼ਨ ਅਨੁਸਰਹੀ। ਜਿਹੜੇ ਸਤਿਗੁਰਾਂ ਦੇ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਵਿੱਚ ਰਹਿਣ ਵਾਲੇ ਨੇ ਤੇ ਹਰ ਸਮੇਂ ਪਰਮੇਸ਼ਰ ਦੇ ਦਰਸ਼ਨ ਕਰਦੇ ਨੇ। ਤਹਿ ਜਬ ਪਹੁੰਚੇ ਦੀਨਾਨਾਥੂ। ਜਦੋਂ ਇਸ ਪ੍ਰਕਾਰ ਸੱਚਖੰਡ ਦਾ ਦਰਵਾਜ਼ਾ ਲੰਘ ਕੇ ਮਹਾਰਾਜ ਅੱਗੇ ਪਹੁੰਚੇ ਨੇ। ਉੱਠ ਕਰ ਸਰਬ ਮਿਲੇ ਹਿਤ ਸਾਥੂ। ਸਾਰਿਆਂ ਨੇ ਉੱਠ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਗਲ ਲਾਇਆ ਪਿਆਰ ਕੀਤਾ ਹੈ। ਪੁਨ ਆਵਾ ਸ੍ਰੀ ਪ੍ਰਭ ਦਰਬਾਰਾ। ਤੇ ਅੱਗੇ ਮਹਾਰਾਜ ਜੀਆਂ ਨੇ ਨਿਗਾਹ ਮਾਰੀ ਹੈ ਪਰਮੇਸ਼ਰ ਦਾ ਦਰਬਾਰ ਨਜ਼ਰ ਆਇਆ ਹੈ। ਕੋਟ ਸੂਰ ਸੂਰ ਸਮ ਜਗਮਗਕਾਰਾ। ਜਿਸ ਦੇ ਬਰਾਬਰ ਕਰੋੜਾਂ ਕਰੋੜਾਂ ਸੂਰ ਵੀ ਇਸ ਪ੍ਰਕਾਰ ਰੀਸ ਨਹੀਂ ਕਰ ਸਕਦੇ। ਮਰਕਤ ਪਦਮ ਰਾਗ ਛਪ ਭਾਰੀ। ਜਿੱਥੇ ਬੜੀਆਂ ਸੁੰਦਰ ਮਣੀਆਂ ਦੀ ਸੋਭਾ ਪੈਂਦੀ ਹੈ। ਮੀਨਾਕਾਰ ਜਹਾਂ ਗਚਕਾਰੀ। ਜਿੱਥੇ ਭਾਰੀ ਮੀਨਾਕਾਰੀ ਦੇ ਚਿੱਤਰ ਬਣਾਏ ਨੇ ਮੀਨਾਕਾਰੀ ਕੀਤੀ ਹੈ। ਫਾਟਕ ਫਾਟਕ ਪ੍ਰਵਾਲਨ ਥੰਬਾ। ਜਿੱਥੇ ਸੋਹਣੇ ਔਰ ਬਲੌਰ ਦੇ ਥੰਬਲੇ ਸੋਭਾ ਪਾਉਂਦੇ ਨੇ। ਜਿਨ ਲੋਕ ਮਨ ਬੁੱਧ ਅਚੰਭਾ। ਐਸਾ ਸੱਚਖੰਡ ਦਾ ਸੁੰਦਰ ਸਰੂਪ ਹੈ ਵੇਖ ਕਰਕੇ ਮਨ ਹੈਰਾਨ ਹੁੰਦਾ ਹੈ। ਭਾਰਤ ਮਾਨਨ ਮਾਨਕ ਵਿੱਚ ਹੀਰੇ। ਇਸ ਪ੍ਰਕਾਰ ਜਿਹੜੀਆਂ ਹਰੀਆਂ ਮਣੀਆਂ ਹਨ ਉਹਨਾਂ ਵਿੱਚ ਹੀਰੇ। ਬਿਰਜੇ ਕੋਰ ਕਾਢ ਸੁਲਝੀਰੇ। ਉਹਨਾਂ ਮਣੀਆਂ ਵਿੱਚ ਸੁਰਾਗ ਕਰ ਕਰਕੇ ਸੁੰਦਰ ਹੀਰੇ ਜੜੇ ਨੇ। ਮੁਕਤਾ ਮਾਲਨ ਝਾਲਰ ਝਾਈ। ਤੇ ਸੁੰਦਰ ਮੋਤੀਆਂ ਦੀਆਂ ਜਿਹੜੀਆਂ ਝਾਲਰਾਂ ਸੱਚਖੰਡ ਅੰਦਰ ਸੋਭਦੀਆਂ ਨੇ। ਦੂਸਰ ਦਿਨਹੇ ਤਨਹੇ ਕੀ ਨਿਆਈ। ਕਵੀ ਜੀ ਕਹਿੰਦੇ ਐਸੀ ਸੁੰਦਰਤਾ ਸੰਸਾਰ ਵਿੱਚ ਦੂਸਰੀ ਕਿਤੇ ਵੀ ਨਜ਼ਰ ਨਹੀਂ ਆਉਂਦੀ। ਚੀਰ ਬਲੋਚਨ ਰਚੇ ਸਰੋਜਾ। ਰੋਜ਼ਿਆਂ ਨੂੰ ਚੀਰ ਚੀਰ ਕੇ ਇਸ ਪ੍ਰਕਾਰ ਕਮਲ ਦੇ ਫੁੱਲ ਬਣਾਏ ਨੇ। ਜਿਨਕੇ ਬਲੋਕ ਲਜਾਈ ਮਨੁਜਾ। ਜਿਨ੍ਹਾਂ ਨੂੰ ਵੇਖ ਕਰਕੇ ਕਾਮ ਦੇਵਤਾ ਵੀ ਸ਼ਰਮਸਾਰ ਹੁੰਦਾ ਹੈ। ਵੇਚਕ ਮਨ ਕੇ ਭ੍ਰਿੰਗ ਬਣਾਏ। ਕਾਲੀਆਂ ਮਣੀਆਂ ਨੂੰ ਇਸ ਪ੍ਰਕਾਰ ਤਰਾਸ ਕੇ ਉਹਨਾਂ ਨੇ ਭਾਵੇ ਤਿਆਰ ਕੀਤੇ ਨੇ। ਰਚੇ ਰੁਚਰ ਸਭ ਕੌਣ ਬਣਾਏ। ਐਸੀ ਸੁੰਦਰ ਰਚਨਾ ਕਵੀ ਜੀ ਕਹਿੰਦੇ ਕੌਣ ਲਿਖ ਸਕਦਾ ਹੈ। ਬੀਜ ਵਿਚਿਤ੍ਰ ਵਿਤਾਨ ਬਣਾਵਾ। ਬੜੇ ਸੁੰਦਰ ਜਿਹੜੇ ਚੰਦੋਏ ਸੱਚਖੰਡ ਅੰਦਰ ਸੋਭਦੇ ਨੇ। ਲੱਗੀ ਡੋਰ ਮਖਤੂਲ ਸੁਹਾਵਾ। ਜੋ ਰੇਸ਼ਮ ਦੀਆਂ ਡੋਰਾਂ ਦੇ ਨਾਲ ਚਾਰੇ ਪਾਸਿਆਂ ਤੋਂ ਕਸੇ ਹੋਏ ਨੇ। ਸੱਚਖੰਡ ਦੀ ਉਪਮਾ ਜੋਈ। ਕਹਿੰਦੇ ਜੋ ਐਸੀ ਸੱਚਖੰਡ ਦੀ ਸੰਗਤ ਦੀ ਉਪਮਾ ਵਡਿਆਈ ਹੈ। ਉਚਰ ਸਕੇ ਅਸਕਾਵ ਨਹੀਂ ਕੋਈ। ਐਸਾ ਕੋਈ ਵੀ ਕਵੀ ਪੈਦਾ ਨਹੀਂ ਹੋਇਆ ਜਿਹੜਾ ਸੱਚਖੰਡ ਦੀ ਵਡਿਆਈ ਬਿਆਨ ਕਰ ਸਕੇ। ਜਿਹ ਕੁੰਠਤ ਹਵੈ ਹੈ ਮਨਮਾਨੀ। ਇਸ ਪ੍ਰਕਾਰ ਐਸੀ ਸੋਭਾ ਹੈ ਜਿਸ ਨੂੰ ਵੇਖ ਕਰਕੇ ਮਨ ਔਰ ਬਾਣੀ ਰੁਕ ਜਾਂਦੀ ਹੈ। ਮਨ ਦੇ ਅੰਦਰ ਖਿਆਲ ਬੰਦ ਹੋ ਜਾਂਦੇ ਨੇ ਤੇ ਜਿਹੜੀ ਬਾਣੀ ਹੈ ਜੀਭ ਬੋਲਦੀ ਨਹੀਂ। ਕੈਸੇ ਕਰੈ ਦਾਸ ਗਤ ਜਾਨੀ। ਤੇ ਫਿਰ ਇਸ ਪ੍ਰਕਾਰ ਕੈਸੇ ਵਡਿਆਈ ਕੀਤੀ ਜਾਵੇ ਕਿਵੇਂ ਗਤ ਮਰਿਆਦਾ ਜਾਣੀ ਜਾਵੇ। ਮਨ ਠਹਿਰਾਵਨ ਹੇਤ ਸੁਖਾਰੇ। ਕਵੀ ਜੀ ਕਹਿੰਦੇ ਇਹ ਤਾਂ ਇੱਕ ਮਨ ਨੂੰ ਧੀਰਜ ਦੇਣ ਵਾਸਤੇ ਬਸ ਸਮਝਾਉਣ ਵਾਸਤੇ। ਕਪੂਰ ਜਰਦਾ ਕਛੁਕ ਸੁਧਾਰੇ। ਕਵੀ ਜੀ ਕਹਿੰਦੇ ਕੁਝ ਕੁ ਖਿਆਲ ਬਿਆਨ ਕੀਤੇ ਨੇ ਕੁਝ ਕੁ ਸੁਧਾਰ ਕਰਕੇ ਪੰਕਤੀਆਂ ਲਿਖੀਆਂ ਨੇ। ਸਬਦ ਸਿਆਮ ਮਨ ਰੰਗ ਅਨੇਕਾ। ਬੜੀਆਂ ਚਿੱਟੀਆਂ ਕਾਲੀਆਂ ਬੜੀਆਂ ਸੋਭਦੀਆਂ ਨੇ। ਪਦਮ ਰਾਗ ਕੋ ਕਰੈ ਬਵੇਕਾ। ਐਸੀਆਂ ਸੁੰਦਰ ਮਣੀਆਂ ਨੇ ਉਹਨਾਂ ਨੂੰ ਕੌਣ ਬਿਆਨ ਕਰੇ ਜੀ। ਫਾਸ ਉਚਰ ਕੀਏ ਆਤਮ ਜਾਰੀ। ਜਿਹੜਾ ਸੱਚਖੰਡ ਦਾ ਸੁੰਦਰ ਵਿਹੜਾ ਹੈ। ਆਪਤ ਦੇਖਤ ਹੀ ਮਨਹਾਰੀ।
ਸੋਭਾ ਹੈ ਮਨ ਹਾਰਦਾ ਹੈ। ਮਤ ਸਿੰਘਾਸਨ ਸੁੰਦਰ ਸੋ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਾਲੇ ਇੱਕ ਸੁੰਦਰ ਤਖਤ ਹੈ, ਇੱਕ ਸੁੰਦਰ ਸਿੰਘਾਸਨ ਸੋਭਦਾ ਭਾਨ ਹੈ, ਨਾਨਕ ਨਾ ਪਟੰਤਰ ਕੋ ਹੈ। ਜਿਸ ਦੀ ਐਸੀ ਸੁੰਦਰ ਚਮਕ ਹੈ, ਕਰੋੜਾਂ ਸੂਰਜ ਵੀ ਉਸ ਦੇ ਸੰਸਾਰ ਬਰਾਬਰ ਨਹੀਂ ਹਨ। ਸਦਾ ਸੱਚ ਦਾ ਆਨੰਦ ਕਿਰਪਾਲਾ। ਹਮੇਸ਼ਾ ਹੀ ਸੱਚ ਦਾ ਆਨੰਦ ਕਿਰਪਾਲਾ, ਕਿਰਪਾਲੂ ਦਿਆਲੂ, ਜਿਹੜੇ ਨਾਸ਼ ਤੋਂ ਰਹਿਤ ਆਨੰਦ ਸਰੂਪ ਸਤਿਗੁਰੂ ਨੇ। ਤਹਿ ਪਰ ਬੈਠੇ ਸੁਖਦ ਅਕਾਲਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉੱਥੇ ਅਕਾਲ ਪੁਰਖ ਵਾਹਿਗੁਰੂ ਵਿਰਾਜੇ ਬੈਠੇ ਨੇ, ਬੈਦ ਤੜਤ ਕੀ ਛਟਾ ਸਮੇਟੀ। ਜਿਨ੍ਹਾਂ ਨੇ ਸਮੂਹ ਹੀ ਅਸਮਾਨ ਵਿੱਚ ਚਮਕਦੀਆਂ ਬਿਜਲੀਆਂ ਨੂੰ, ਜਨ ਸੁਖੈ ਘਨ ਘਟਾ ਸੁਖੇਟੀ। ਕਰੋੜਾਂ ਹੀ ਕਾਲੇ ਕਾਲੀਆਂ ਘਟਾਵਾਂ ਬਦਲਾਂ ਨੂੰ, ਜਨਮ ਜਨ ਰਬ ਬੈਦ ਬਹੁ ਪਵੈ ਇਕਠਾਈ। ਸਾਰਿਆਂ ਹੀ ਸੂਰਜਾਂ ਨੂੰ, ਚੰਦਰਮਿਆਂ ਨੂੰ, ਗ੍ਰਹਿਆਂ ਨੂੰ ਇਕੱਠੇ ਕੀਤਾ ਹੈ। ਨੀਲ ਮਨਨ ਗਿਰਲੀਨ ਉਚਾਈ। ਇਸ ਪ੍ਰਕਾਰ ਜਿਹੜਾ ਮਣੀਆਂ ਦਾ, ਮਾਨਕਾਂ ਦਾ, ਹੀਰਿਆਂ ਲਾਲ ਜਵਾਹਰਾਤਾਂ ਦਾ ਜਿਹੜਾ ਪਹਾੜ ਸੋਭਦਾ ਹੈ। ਮਨ ਅਰਵਿੰਦ ਮ੍ਰਿਤਲ ਅਰੁਣਾਰੇ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਚਰਨ ਕਮਲ ਹਨ, ਉਹ ਕਮਲ ਦੇ ਫੁੱਲਾਂ ਵਾਂਗ ਕੋਮਲ ਨੇ। ਸੋਭਾ ਨਖਨ ਸਕਲ ਸੰਹਾਰੇ। ਤੇ ਜਿਹੜੇ ਚਰਨਾਂ ਦੇ ਨਾਮ ਹਨ, ਮਾਨੋ ਚੰਦਰਮੇ ਨੂੰ ਕੱਟ ਕੱਟ ਬਣਾਏ ਹੋਣ ਜੀ। ਬਸੇ ਸਦੀਵ ਮੁਨੀ ਮਨ ਜੋਗੀ। ਤੇ ਐਸਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ, ਮਨਾਂ ਵਿੱਚ ਵਸਦਾ ਹੈ। ਧਰਨੇ ਸਮਾਦ ਕੇ ਧਿਆਨ ਰਸ ਭੋਗੀ। ਤੇ ਜਿਸ ਦੀ ਸਮਾਧੀ, ਜਿਸ ਦਾ ਧਿਆਨ ਸਾਰੇ ਹੀ ਦੇਵਤੇ ਲਾਉਂਦੇ ਨੇ। ਪਰ ਮਨ ਮੈਂ ਬਨੇ ਮਲੋਗਾ। ਐਸੇ ਵਾਹਿਗੁਰੂ ਦੇ ਚਰਨਾਂ ਅੰਦਰ ਸੌ ਜਿਹੜੇ ਸੁੰਦਰ ਗਹਿਣੇ ਪਹਿਨੇ ਨੇ। ਜਿਨ ਕੋ ਸ਼ਬਦ ਸੁਖਦ ਦੇਹ ਲੋਗਾ। ਤੇ ਜਦੋਂ ਵਾਹਿਗੁਰੂ ਜੀ ਤੁਰਦੇ ਨੇ, ਐਸੀ ਸੁੰਦਰ ਚਾਲ ਹੈ, ਜਿਹੜੇ ਗਹਿਣਿਆਂ ਦੀ ਸ਼ਨਕਾਰ ਪੈਦਾ ਹੁੰਦੀ ਹੈ, ਉਹ ਵੀ ਮਨਾਂ ਨੂੰ ਸੁਖ ਦਿੰਦੀ ਹੈ। ਸੁੰਦਰ ਜੰਗ ਸਾਸ ਕਦਲੀ ਕੀ। ਸੁੰਦਰ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਹਨ, ਲੱਤਾਂ ਹਨ। ਜਲਤ ਲਲਤ ਭਗਤ ਜੀ ਕੀ। ਐਸੀ ਸੁੰਦਰ ਚਾਲ ਹੈ ਕਿ ਮਨਾਂ ਨੂੰ ਭਾ ਰਹੀ ਹੈ, ਮੋਹ ਰਹੀ ਹੈ। ਪ੍ਰਿਥਲ ਨਿਤਾਪ ਪੀਤ ਕਟ ਧੋਤੀ। ਇਸ ਪ੍ਰਕਾਰ ਪ੍ਰਥਮ ਪਤਾਂਬ ਪੀਤ ਕੱਟ ਧੋਤੀ, ਜਿਹੜਾ ਸੁੰਦਰ ਲੱਕ ਹੈ, ਉਹ ਵੀ ਸੋਭਾ ਪਾਉਂਦਾ ਹੈ। ਸੁੰਦਰ ਘੰਟਕਾ ਮਨ ਮੈਂ ਜੋਤੀ। ਲੱਕ ਦੇ ਉੱਪਰ ਬੰਨੀ ਸੁੰਦਰ ਤੜਾਕੀ, ਜਿਹੜੀ ਸਿਫਤਾਂ ਤੋਂ ਰਹਿਤ ਹੈ। ਉਦਰ ਰੇਖ ਤ੍ਰੈ ਨਾਭ ਗੰਭੀਰਾ। ਇਸ ਪ੍ਰਕਾਰ ਜਿਹੜੀ ਪੇਟ ਦੇ ਉੱਪਰ ਨਾਭੀ ਹੈ, ਉਹ ਵੀ ਬੜੀ ਗੰਭੀਰ ਡੂੰਘੀ ਹੈ। ਮਨੋ ਭ੍ਰਮਰੀ ਜਮਨਾ ਨੀਰਾ। ਮਨੋ ਕਿ ਜਮਨਾ ਨਦੀ ਦੇ ਅੰਦਰ ਕੋਈ ਘੁੰਮਣ ਘੇਰੀ ਪੈਂਦੀ ਹੋਵੇ। ਜਗਤੋ ਕਾਮ ਕੋ ਰੂਪ ਸੁਹਾਵਾ। ਐਸਾ ਕਹਿੰਦੇ ਕਾਮ ਦੇਵਤੇ ਵਰਗਾ ਸੁੰਦਰ ਸਰੂਪ ਜਾਪਦਾ ਹੈ। ਵਕ ਸਥਲ ਆਯੁਧ ਛੁਪਾਵਾ। ਇਸ ਪ੍ਰਕਾਰ ਜਿਹੜਾ ਸੁੰਦਰ ਸਰੂਪ ਸੋਭਾ ਪਾਉਂਦਾ ਹੈ, ਤੇ ਕਵੀ ਜੀ ਕਹਿੰਦੇ ਐਸਾ ਕੋਈ ਹੋਰ ਨਜ਼ਰ ਨਹੀਂ ਆਉਂਦਾ। ਹਾਥੀ ਹਾਥ ਸਰਬ ਭੁਜ ਦੰਡਾ। ਤੇ ਹਾਥੀ ਦਾ ਜੋ ਸੁੰਡ ਹੁੰਦਾ ਹੈ, ਐਸੀਆਂ ਸੁੰਦਰ ਬਾਹਾਂ ਨੇ। ਦੁਸ਼ਟਨ ਖੰਡਨ ਕੋਬਰ ਬੰਦਾ। ਐਸਾ ਜੋਰ ਹੈ ਉਹਨਾਂ ਬਾਹਾਂ ਵਿੱਚ, ਜਿਹੜੇ ਦੁਸ਼ਟ ਨੇ ਉਹਨਾਂ ਨੂੰ ਖੰਡਨ ਕਰਨ ਵਾਲਾ ਬਲ ਹੈ। ਅੰਗਦ ਕਾਟਕ ਮੁੰਦਰ ਕਾਟੇਈ। ਹੱਥਾਂ ਦੇ ਵਿੱਚ ਸੁੰਦਰ ਕੜੇ ਨੇ, ਡਾਲਿਆਂ ਦੇ ਉੱਪਰ ਬਹੁਤੇ ਮੁੰਦਰਕਾ ਆਦਿ ਸੋਭਦੀ ਹੈ। ਕਨਰੇ ਦੇਖਤ ਮਨ ਹਰ ਲਈ। ਐਸਾ ਸੁੰਦਰ ਸਰੂਪ ਹੈ, ਜੋ ਵੇਖਦਾ ਦਰਸ਼ਨ ਕਰਦਾ ਹੈ, ਉਸ ਦਾ ਮਨ ਹਾਰਦਾ ਹੈ। ਕਰ ਕਮਲਨ ਮੈਂ ਸ਼ਸਤਰ ਸੁਹਾਏ। ਹੱਥਾਂ ਦੇ ਵਿੱਚ ਸੁੰਦਰ ਸ਼ਸਤਰ ਸੋਭਦੇ ਨੇ। ਜਿਨ੍ਹੇ ਬਿਲੋਕਤ ਸਤਰ ਪਲਾਏ। ਜਿਨ੍ਹਾਂ ਨੂੰ ਇਸ ਪ੍ਰਕਾਰ ਵੇਖ ਕਰਕੇ ਜਿਹੜੇ ਸਤਰ ਪਲਾਏ, ਜਿਹੜੇ ਦੁਸ਼ਮਣ ਭੱਜਦੇ ਦੌੜਦੇ ਨੇ। ਚਾਰ ਭੁਜਾ ਸੋਹਤ ਅਤ ਚਾਰੂ। ਐਸੀਆਂ ਸੁੰਦਰ ਬਾਹਾਂ ਨੇ, ਬਾਹਾਂ ਦੇ ਅੰਦਰ ਸੁੰਦਰ ਗਹਿਣੇ ਸੋਭਦੇ ਨੇ। ਉਨਤ ਸਿਕਾਂਤ ਵਿਖਬ ਅਨਹਾਰੂ। ਇਸ ਪ੍ਰਕਾਰ ਉਨਤ
ਅੰਮ੍ਰਿਤ ਸੁਗੰਧ ਵਿਪਖ ਅਨਹਾਰੂ। ਜਿਹੜੇ ਦੇਵੀ ਦੇਵਤੇ ਹਨ ਜਾਂ ਰਿਸ਼ੀ ਮੁਨੀ ਹਨ, ਇਸ ਪ੍ਰਕਾਰ ਸਿਫਤਾਂ ਕਰ ਕਰ ਥੱਕਦੇ ਨਹੀਂ। ਪੀਤ ਬਸਨ ਜਿਨ ਪਰ ਅਫਸੋ ਹੈ। ਪੀਤ ਬਸਨ ਪੀਲੇ ਰੰਗ ਦੇ ਜਿਹੜੇ ਵਸਤਰ ਉਹ ਸੋਭਦੇ ਨੇ। ਚੜ੍ਹਦਾ ਕੀ ਸ਼ਬ ਕੋ ਜੋ ਮੁਖ ਹੈ। ਤੇ ਜਿਹੜੀ ਸੁੰਦਰ ਬਿਜਲੀ ਚਮਕਦੀ ਐਸਾ ਰੂਪ ਦਾ ਪ੍ਰਕਾਸ਼ ਹੈ। ਔਰ ਪਰ ਬਣੀ ਲਲਤ ਵਨਮਾਲਾ। ਤੇ ਜਿਹੜਾ ਇਸ ਪ੍ਰਕਾਰ ਵਿਜਾਤੀ ਮਾਲਾ ਹਿਰਦੇ ਉੱਪਰ ਛਾਤੀ ਉੱਪਰ ਸੋਭਦੀ ਹੈ। ਕਾਮ ਗ੍ਰਵ ਤੈ ਰੇਖ ਵਿਸਾਲਾ। ਤੇ ਜਿਹੜੀ ਸੁੰਦਰ ਧੌਣ ਸੰਖ ਵਰਗੀ ਸੋਭਾ ਪਾਉਂਦੀ ਹੈ। ਚਾਰ ਚਿਬਕ ਉਪਮਾ ਨਭ ਸੇਖੀ। ਇਸ ਪ੍ਰਕਾਰ ਜਿਹੜੀ ਐਸੀ ਉਪਮਾ ਸਤਿਗੁਰੂ ਜੀ ਕਹਿੰਦੇ ਕਿਤੇ ਹੋਰ ਨਹੀਂ ਵੇਖੀ। ਸੋ ਜਾਣ ਕੇ ਜਿਨ ਨੈਣ ਦੇਖੀ। ਕਵੀ ਜੀ ਕਹਿੰਦੇ ਉਹੀ ਜਾਣਦੇ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ। ਅਬ ਸੁੰਦਰ ਮੁਰਦਲ ਬੋਲ ਕੋਲਾ। ਐਸਾ ਸੁੰਦਰ ਸਰੂਪ ਹੈ ਔਰ ਸੁੰਦਰ ਬੋਲ ਹਨ। ਮੰਦ ਮੰਦ ਮੁਸਕਿਆਨ ਅਮੂਲਾ। ਤੇ ਪਰਮੇਸ਼ਰ ਹੌਲੀ ਹੌਲੀ ਹੱਸਦੇ ਨੇ ਅਮੋਲਕ ਹਾਸਾ। ਕੋਟ ਮੇਕਨ ਸਾਵਾ ਮੁਖ ਮੰਡਲ। ਕਰੋੜਾਂ ਹੀ ਚੰਦਰਮਿਆਂ ਵਾਂਗ ਜਿਹੜਾ ਮੁਖ ਦਾ ਪ੍ਰਕਾਸ਼ ਸੋਭਾ ਹੈ। ਮਕਰਾਗ੍ਰਤ ਸੋਹਤ ਸਰੋਤ ਕੁੰਡਲ। ਤੇ ਜਿਹੜੇ ਇਸ ਪ੍ਰਕਾਰ ਸੁੰਦਰ ਕੁੰਡਲ ਕੰਨਾਂ ਵਿੱਚ ਸੋਭਦੇ ਨੇ ਜੀ। ਉਤਪਲ ਦਾਲ ਪ੍ਰਫੁੱਲਤ ਲੋਚਨ। ਤੇ ਜਿਹੜੇ ਇਸ ਪ੍ਰਕਾਰ ਕਮਲ ਦੇ ਫੁੱਲ ਦੀਆਂ ਪੰਖੜੀਆਂ ਵਰਗੇ ਨੇਤਰ ਨੇ। ਭਗਤਨ ਕੇਰ ਤਾਪ ਗ੍ਰਹਿ ਮੋਚਨ। ਤੇ ਆਪਣੇ ਭਗਤਾਂ ਦੇ ਜਿਹੜੇ ਨੇਤਰ ਹਨ ਜਦੋਂ ਵੇਖਦੇ ਹਨ ਨਾ ਭਗਤਾਂ ਨੂੰ, ਉਹਨਾਂ ਦੇ ਆਦਿ ਵਿਆਧੀ ਉਪਾਧੀ ਵਰਗੇ ਤਿੰਨੇ ਤਾਪ ਮੁਕਦੇ ਨੇ। ਕਿਰਪਾ ਭਰੀ ਬਹੁ ਚਾਰ ਤੋਨੰ। ਇਸ ਪ੍ਰਕਾਰ ਕਿਰਪਾ ਦ੍ਰਿਸ਼ਟੀ ਅੱਖਾਂ ਵਿੱਚ ਬਹੁਤੀ ਕਿਰਪਾ ਭਰੀ ਹੈ। ਬਾਕੀ ਕੋਰ ਮਹਾਸਤ ਭੌਣੰ। ਕਵੀ ਜੀ ਕਹਿੰਦੇ ਏਦਾਂ ਜਾਣ ਲਵੋ ਪਰਮੇਸ਼ਰ ਦਾ ਜੋ ਮੁਖ ਹੈ ਬਸ ਸੁੱਖਾਂ ਦਾ ਘਰ ਹੈ। ਵੇਚ ਕਾਚ ਕੁੰਤਲ ਉਂਗਰਾਰੇ। ਤੇ ਜਿਹੜੇ ਸੁੰਦਰ ਕੇਸ ਹਨ ਉਹ ਕਾਲੇ ਕਾਲੇ ਸੋਭਾ ਪਾਉਂਦੇ ਨੇ। ਮਤਪਨ ਕੀਦਤ ਜਿਨ ਪਿਖਾਰੇ। ਤੇ ਜਿਹੜੇ ਕਾਲੇ ਭੌਰੇ ਹਨ ਉਹਨਾਂ ਦੀ ਵੀ ਸੋਭਾ ਉਹਨਾਂ ਕੇਸਾਂ ਮੂਰੇ ਘਟਦੀ ਹੈ। ਭਾਲ ਵਿਸਾਲ ਪ੍ਰੀਤ ਸੁਭਾਵਾ। ਸੁੰਦਰ ਜਿਹੜਾ ਤਾਜ ਹੈ ਸੁੰਦਰ ਮੁਕਟ ਸਿਰ ਤੇ ਸੋਭਦਾ ਹੈ। ਛਤਰ ਚੰਦਰਮਾ ਦੇਖ ਲਜਾਵਾ। ਇਸ ਪ੍ਰਕਾਰ ਜਿਹੜਾ ਚੰਦਰਮਾ ਵੇਖ ਕਰ ਸ਼ਰਮਸਾਰ ਹੁੰਦਾ ਹੈ। ਚੌਰ ਫਿਰਤ ਚਹੂੰ ਤਿਸ ਤੇ ਚਾਰੂ। ਚਾਰੇ ਪਾਸਿਓਂ ਪਰਮੇਸ਼ਰ ਤੋਂ ਚੌਰ ਸਭਾ ਹੁੰਦੀਆਂ ਨੇ। ਮਨ ਨੂੰ ਭਾਂਗ ਕਰ ਪ੍ਰਭਾ ਅਪਾਰੂ। ਇਹਦਾ ਜਾਣੋ ਕਰੋੜਾਂ ਹੀ ਸੂਰਜਾਂ ਦੀਆਂ ਕਿਰਨਾਂ ਪੈਂਦੀਆਂ ਹੋਣ ਜੀ। ਮਹਿਮਾ ਕਹਿ ਕਹਿ ਕੌਣ ਸਕਾਈ। ਇਸ ਪ੍ਰਕਾਰ ਐਸੀ ਮਹਿਮਾ ਕੌਣ ਕਹਿ ਸਕਦਾ ਹੈ। ਕੋਟ ਸੇਖ ਸਾਧ ਸਚਾਈ। ਕਰੋੜਾਂ ਹੀ ਜਿਹੜੇ ਸੇਵ ਨੇ ਸਰਸਵਤੀ ਹੈ ਔਰ ਸ਼ੇਸ਼ ਨਾਗ ਹਨ ਜਿਨ੍ਹਾਂ ਦੇ ਕਰੋੜਾਂ ਮੁਖ ਕਰੋੜਾਂ ਹੀ ਜੀਭਾਂ ਹਨ। ਉਹ ਵੀ ਐਸੇ ਪਰਮੇਸ਼ਰ ਦੀ ਵਡਿਆਈ ਕਹਿ ਨਹੀਂ ਸਕਦੇ। ਨੇਤ ਨੇਤ ਜਹ ਭੇਦ ਉਪਕਾਰਾ। ਤੇ ਨਮਸਕਾਰਾਂ ਸਾਰੇ ਵੇਦ ਗ੍ਰੰਥ ਕਰਦੇ ਨੇ। ਸਾਬ ਕਵ ਗੋਬਿੰਦ ਲਿਖਤ ਨ ਪਾਰਾ। ਇਸ ਪ੍ਰਕਾਰ ਜਿੰਨੇ ਮਰਜੀ ਕਵੀ ਪੈਦਾ ਹੋ ਜਾਣ ਕੋਈ ਵੀ ਪਾਰਾਵਾਰ ਲੈ ਨਹੀਂ ਸਕਦਾ। ਮੈਂ ਮਤ ਮੰਤ ਕਹਾਂ ਲਗ ਵਰਨੋ। ਕਵੀ ਜੀ ਕਹਿੰਦੇ ਫਿਰ ਮੈਂ ਤਾਂ ਭਾਈ ਬੜੀ ਛੋਟੀ ਮਤ ਵਾਲਾ ਹਾਂ। ਸਿੰਧ ਪਾਰਜਲ ਕੀਤੀ ਤਰਨੋ। ਮੇਰੀ ਤਾਂ ਔਕਾਤ ਐਸੀ ਹੈ ਪਰਮੇਸ਼ਰ ਬਾਰੇ ਲਿਖਣ ਦੀ ਜਿਵੇਂ ਕੋਈ ਕੀੜੀ ਸਮੁੰਦਰ ਪਾਰ ਕਰਨਾ ਚਾਹੇ। ਮਸਤ ਮੇਰ ਕਰ ਸਕਹਿ ਉਠਾਈ। ਜਾਂ ਕੋਈ ਮੱਛਰ ਪਹਾੜ ਉਠਾਉਣ ਦੀ ਇੱਛਾ ਰੱਖੇ ਜੀ। ਗਿਆਨਵ ਅੰਤ ਜਾਂਤ ਲਗ ਪਾਈ। ਜਾਂ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਅਸਮਾਨ ਦੀ ਲੰਬਾਈ ਨਾਪਣ ਦੀ ਇੱਛਾ ਰੱਖਣ। ਜਿਹ ਸੱਤਾ ਕੇ ਅਜਾ ਲੰਬਾ। ਜਿਸ ਦੀ ਕਿਰਪਾ ਦੇ ਨਾਲ ਬ੍ਰਹਮਾ ਜੀ ਸਿਰਜਤ ਹੈ ਬ੍ਰਹਮੰਡ ਕਥਾ। ਇਸ ਪ੍ਰਕਾਰ ਜਿਹੜੇ ਮਹਤ ਲੋਕ ਖੰਡ ਬ੍ਰਹਮੰਡ ਰਚਦੇ ਨੇ। ਏਕ ਰੂਪ ਮਹਿ ਵਿਸ਼ਨ ਅਨੇਕਾ। ਜਿਸ ਪਰਮੇਸ਼ਰ ਦੇ ਇੱਕੋ ਹੀ ਰੋਮ ਇੱਕੋ ਹੀ ਵਾਲ ਵਿੱਚ ਕਰੋੜਾਂ ਹੀ ਵਿਸ਼ਨੂੰ ਬੈਠੇ ਨੇ। ਕਹਿਤ ਸੇ ਬਹੁ ਕੋ ਕਰ ਰਹੇ ਵਿਵੇਕਾ। ਕਰੋੜਾਂ ਹੀ ਜਿਹੜੇ ਬ੍ਰਹਮੇ ਨੇ
शिव जी वर्गे बैठे ने जी। इस प्रकार ऐसी सुंदर शरीर है परमेश्वर का, जिन्हें एक गुलर का रुख पौधा होता है, जिसनों पैदा होते ही इस प्रकार फल लगना शुरू हो जाता है। कवि जी कहते ऐसा परमेश्वर का स्वरूप है। इस प्रकार ਉਹਨੂੰ ਖੰਡਾ ਬ੍ਰਹਮੰਡਾ ਵਰਗੇ ਜਿਹੜੇ ਫਲ ਲੱਗਦੇ ਨੇ ਤੇ ਇਸ ਸੰਸਾਰ ਨੂੰ ਪੈਦਾ ਕਰਦਾ ਹੈ, ਜੋ ਪਾਲਦਾ ਹੈ, ਜੋ ਨਾਸ਼ ਕਰਦਾ ਹੈ। ਤੇ ਜਿਹੜੇ ਬ੍ਰਹਮੇ ਵਿਸ਼ਨੂੰ ਸ਼ਿਵ ਜੀ ਵਰਗੇ ਨੇ ਸਾਰੇ ਉਹਦਾ ਆਸਰਾ ਲੈਂਦੇ ਨੇ। ਇਸ ਪ੍ਰਕਾਰ ਜਿਸ ਸਥਾਨ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਬੈਠੇ ਨੇ, ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਉੱਥੇ ਪਹੁੰਚੇ ਨੇ। ਗੁਰੂ ਨਾਨਕ ਦੇਵ ਜੀਆਂ ਨੇ ਹੱਥ ਜੋੜ ਕਰਕੇ ਪਰਮੇਸ਼ਰ ਨੂੰ ਡੰਡੌਤ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਸਾਹਮਣੇ ਖੜੇ ਹੋਏ ਨੇ ਜੀ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਵੇਖ ਕਰਕੇ ਅਕਾਲ ਪੁਰਖ ਵਾਹਿਗੁਰੂ ਹੌਲੀ ਹੌਲੀ ਹੱਸਦੇ ਨੇ। ਤੇ ਕੋਮਲ ਕੋਮਲ ਇਸ ਪ੍ਰਕਾਰ ਬੋਲ ਗੁਰੂ ਨਾਨਕ ਪਾਤਸ਼ਾਹ ਤਾਂ ਹੀ ਬੋਲੇ ਨੇ ਕਿ ਹੇ ਗੁਰੂ ਨਾਨਕ, ਕਲਯੁਗ ਦੇ ਭਿਆਨਕ ਸਮੇਂ ਅੰਦਰ ਮਾਤਕ ਲੋਕ ਵਿੱਚ ਲੋਕਾਂ ਨੇ ਬੜੀ ਟੇਢੀ ਚਾਲ ਫੜ ਲਈ ਹੈ। ਬਸ ਏਦਾਂ ਜਾਣ ਲਵੋ ਜਿਵੇਂ ਜੰਗਲਾਂ ਦੀ ਅੱਗ ਰੁਕਦੀ ਨਹੀਂ। ਏਦਾਂ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਜਿਹੜੇ ਲੋਕ ਆਪਣਾ ਧੀਰਜ ਛੱਡ ਰਹੇ ਨੇ। ਬੜੀ ਤੇਜ਼ ਪਾਪਾਂ ਵਾਲੀ ਹਵਾ ਮਾਤ ਲੋਕ ਤੇ ਵਗਦੀ ਹੈ। ਬੜਾ ਪਖੰਡ ਦੇ ਬੱਦਲ ਛਾਏ ਨੇ। ਤੇ ਜੋ ਵੀ ਇਹਨਾਂ ਦੀ ਲਪਟ ਵਿੱਚ ਆ ਜਾਂਦਾ ਹੈ ਉਹ ਬੜਾ ਦੁੱਖ ਪਾਉਂਦਾ ਹੈ। ਜਿਹੜੇ ਸਮੂਹ ਮਨੁੱਖ ਹਨ ਉਹ ਇਸ ਪ੍ਰਕਾਰ ਵਿਕਾਰਾਂ ਦੀ ਅੱਗ ਵਿੱਚ ਸੜਦੇ ਨੇ ਤੇ ਦੁਖੀ ਹੋ ਕਰਕੇ ਪੀੜਾਂ ਦੇ ਸਹਿਤ ਪੁਕਾਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਆਪ ਜੀਆਂ ਦਾ ਪ੍ਰਕਾਸ਼ ਤਾਂ ਪਾਣੀ ਦੇ ਭਰੇ ਬੱਦਲਾਂ ਵਾਂਗ ਹੋਇਆ ਹੈ। ਜਿਵੇਂ ਹਲਕੀ ਹਲਕੀ ਬਰਸਾਤ ਕਿਣ-ਮਿਣ ਕਣੀਆਂ ਪੈਂਦੀਆਂ ਨੇ ਨਾ, ਏਦਾਂ ਆਪ ਜੀ ਮੁਖ ਤੋਂ ਗੁਰਬਾਣੀ ਉਚਾਰਦੇ ਹੋ। ਇਸ ਪ੍ਰਕਾਰ ਨਾਮ ਰੂਪੀ ਬੂੰਦਾਂ ਆਪ ਜੀਆਂ ਦੇ ਮੁਖ ਤੋਂ ਨਿਕਲਦੀਆਂ ਨੇ ਤੇ ਜੋ ਪਾਪਾਂ ਦੀ ਮਗ ਦੀ ਅੱਗ ਨੂੰ ਨਾਸ਼ ਕਰਨ ਵਾਲੀਆਂ ਨੇ। ਤੇ ਜਿਹੜੇ ਭਗਤ ਹਨ ਉਹਨਾਂ ਤਾਈਂ ਠੰਡ ਪਹੁੰਚਾਉਂਦੀਆਂ ਨੇ। ਆਪ ਜੀਆਂ ਤੋਂ ਗਿਆਨ ਲੈ ਕਰਕੇ ਮਾਤ ਲੋਕ ਦੇ ਜਿਹੜੇ ਵਸਨੀਕ ਹਨ ਉਹ ਆਪਣੇ ਸ਼ੁੱਧ ਸਰੂਪ ਤੋਂ ਜਾਣੂ ਹੁੰਦੇ ਨੇ ਤੇ ਸੜਦੇ ਹੋਏ ਪਾਪਾਂ ਵਿੱਚ ਲੋਕਾਂ ਨੂੰ ਆਪ ਜੀ ਕੱਢਣ ਵਾਲੇ ਹੋ। ਆਪ ਜੀ ਦਾ ਸੰਸਾਰ ਉੱਪਰ ਪਖੰਡਾਂ ਨੂੰ ਨਾਸ਼ ਕਰਨ ਬਾਬਤ ਗਏ ਹੋ। ਤੁਸੀਂ ਮੇਰੇ ਕੋਲ ਸੱਚਖੰਡ ਆਏ ਹੋ, ਕੀ ਤੁਸੀਂ ਸਾਰਾ ਕਾਰਜ ਸੰਸਾਰ ਤੇ ਕਰ ਆਏ ਹੋ ਜਾਂ ਫਿਰ ਕੋਈ ਇਲਾਕਾ ਕੋਈ ਦੇਸ਼ ਵਿਦੇਸ਼ ਬਚਿਆ ਹੈ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਦੇ ਐਸੇ ਵਚਨ ਸੁਣ ਕਰਕੇ ਜਦੋਂ ਇਸ ਪ੍ਰਕਾਰ ਵਾਹਿਗੁਰੂ ਨੇ ਗੁਰੂ ਨਾਨਕ ਤਾਈਂ ਵਚਨ ਕੀਤੇ ਨੇ, ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ, ਆਪਣਿਆਂ ਸਿੱਖਾਂ ਨੂੰ ਸੁਖ ਦੇਣ ਵਾਲੇ ਜੀ।
ਸਹਿਜ ਠਾਰ ਕੇ ਸਾਗਰ ਟਾਪੂ। ਮਹਾਰਾਜ ਕਹਿਣ ਲੱਗੇ, ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜਿਹੜੇ ਸਮੁੰਦਰਾਂ ਵਿੱਚ 18 ਟਾਪੂ ਸਨ, ਬਸਰ ਰਹਿਓ ਕਹਿ ਨਾਮ ਪ੍ਰਤਾਪੂ। ਸਾਰਿਆਂ ਹੀ ਟਾਪੂਆਂ ਉੱਪਰ ਆਪ ਜੀਆਂ ਦੇ ਨਾਮ ਦਾ ਪ੍ਰਕਾਸ਼ ਕਰ ਦਿੱਤਾ ਹੈ। ਜੰਬੂ ਦੀਪਕ ਕਹਿ ਬਹੁਤਾਈ। ਜਿਹੜਾ ਜੰਬੂ ਨਾਮ ਦਾ ਦੀਪ ਹੈ, ਉਹਦਿਆਂ ਬਹੁਤਿਆਂ ਸਥਾਨਾਂ ਤੇ ਸ੍ਰੀ ਭਗਤ ਮਹਾ ਸੁਖਦਾਈ। ਆਪ ਜੀਆਂ ਦੇ ਨਾਮ ਜੀਆਂ ਦੀ ਭਗਤੀ ਦਾ ਪ੍ਰਸਾਰ ਪ੍ਰਚਾਰ ਹੋ ਚੁੱਕਾ ਹੈ। ਆਪ ਨਵ ਖੰਡਨ ਜਾਏ ਬਹੋਰੀ। ਮਹਾਰਾਜ ਹੁਣ ਮੈਂ 9 ਖੰਡਾਂ ਵਿੱਚ ਜਾਵਾਂਗਾ। ਉਪਦੇਸ਼ ਕਟਾਂ ਦੁਖ ਘੋਰੀ। ਜਿਹੜੇ ਭਿਆਨਕ ਦੁੱਖ ਹਨ, ਆਪ ਜੀਆਂ ਦੇ ਨਾਮ ਦਾ ਉਪਦੇਸ਼ ਦੇ ਕੇ ਕੱਟਾਂਗਾ। ਸਭ ਦੀਪ ਮਹਿ ਨਾਮ ਪ੍ਰਤਾਪਾ। ਤੇ ਜਾ ਕਰਕੇ ਸੰਤਾਂ ਦੀਪਾਂ ਵਿੱਚ ਨਾਮ ਦਾ ਪ੍ਰਤਾਪ ਪੈਦਾ ਕਰਾਂਗਾ। ਸ਼ੰਕਰ ਸ਼ਬਦ ਕਰਨਗੇ ਜਾਪਾ। ਮੇਰੇ ਮੁਖੋਂ ਆਪ ਜੀਆਂ ਦਾ ਨਾਮ ਸੁਣ ਕਰਕੇ ਉਹ ਜਾਪ ਕਰਨਗੇ। ਹਮੈ ਹੈ ਭਗਤ ਨਾਮ ਵਡਿਆਈ। ਤੇ ਆਪ ਜੀਆਂ ਦੇ ਨਾਮ ਦੀ, ਆਪ ਜੀਆਂ ਦੇ ਭਗਤਾਂ ਦੀ ਵਡਿਆਈ ਹੋਵੇਗੀ। ਧਾਰ ਭਾਰ ਦੁਖ ਸਭ ਮਿਟ ਜਾਈ। ਜਿਹੜਾ ਧਰਤੀ ਉੱਪਰ ਪਾਪਾਂ ਦਾ ਭਾਰ ਹੈ, ਸਾਰਾ ਮਿਟ ਜਾਵੇਗਾ। ਸਿਮਰਨ ਨਾਮ ਗਾਨ ਪੁਰ ਕਰਹੀ। ਆਪ ਜੀਆਂ ਦਾ ਨਾਮ ਲੋਕ ਸਿਮਰਨਗੇ, ਗਾਉਣਗੇ। ਜਨਮ ਜਨਮ ਅਗ ਕੋਟਕ ਹਰਹੀ। ਤੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪ ਹਨ, ਕਰੋੜਾਂ ਹੀ ਨਾਸ਼ ਹੋਣਗੇ। ਕੰਸਰ ਸਭ ਗੰਭੀਰ ਸੁਬਾਨੀ। ਇਹਦਾ ਬਾਦਸ਼ਾਹ ਦੇ ਮੁਖੋਂ ਸੁਣ ਕਰਕੇ ਅਸਮਾਨ ਦੇ ਬੱਦਲਾਂ ਵਾਂਗ ਪਰਮੇਸ਼ਰ ਗਰਜ ਕੇ ਬੋਲੇ ਨੇ। ਕਰਤਾ ਪੁਰਖ ਕਹਿਤ ਸੁਖਸਾਨੀ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨੇ ਜਬ ਮਹਿਮਾ ਨਾਮ ਨਿਰਜੁਗਾ। ਕਿ ਧੰਨ ਗੁਰੂ ਨਾਨਕ ਦੇਵ ਜੀ ਮਾਤ ਲੋਕ ਤੇ ਜਾ ਕਰਕੇ ਨਾਮ ਦੀ ਮਹਿਮਾ ਦਾ ਭਲਾ ਕਰੋ। ਜੋ ਮਤ ਮੰਦਨ ਕਾਮ ਜੋਗਾ। ਤਾਂ ਜੋ ਕਲਯੁਗ ਦੀ ਸਮੇਂ ਵਿੱਚ ਜੋ ਲੋਕਾਂ ਦੀ ਭੈੜੀ ਮਾਤਾ ਹੋ ਗਈ ਹੈ, ਉਹ ਨਾਮ ਜਪ ਕੇ ਤਰ ਜਾਣਗੇ। ਆਪਣੇ ਮੁਖ ਤੋਂ ਗੁਰਬਾਣੀ ਉਚਾਰ ਉਚਾਰ ਕੇ ਸੁਣਾਵੋ ਜੀ। ਹੁਣ ਤੁਸੀਂ ਸੱਚਖੰਡ ਤੋਂ ਵਾਪਸ ਚਲੇ ਜਾਓ ਮਾਤ ਲੋਕ ਤੇ। ਇਸ ਪ੍ਰਕਾਰ ਉੱਥੇ ਜਾ ਕਰਕੇ ਨਾਮ ਦੀ ਮਹਿਮਾ ਕਰੋ। ਸੁਣ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਸਤਿਗੁਰੂ ਜੀ ਬੋਲੇ ਨੇ। ਆਸਾ ਰਾਗ ਵਿਖੇ ਸੁਰਸਾਨੀ। ਆਸਾ ਰਾਗ ਦੇ ਵਿੱਚ ਭਗਤੀ ਦੇ ਨਾਲ ਮਿਲੀ ਹੋਈ ਮਹਾਰਾਜ ਬੋਲੀ ਬੋਲੇ ਨੇ। ਸ੍ਰੀ ਮੁਖ ਬਾਪ ਸ਼੍ਰੋਮਣੀ ਮੁਖ ਤੋਂ ਧੰਨ ਗੁਰੂ ਨਾਨਕ ਦੇਵ ਜੀ। ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ। ਰਾਗ ਆਸਾ ਹੈ ਸੰਗਤ ਜੀ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ, ਪਹਿਲੇ ਘਰ ਅੰਦਰ ਸੋਦਰ ਗੁਰਬਾਣੀ ਦਾ ਨਾਮ ਹੈ। ਸੋਦਰ ਤੋਂ ਭਾਵ ਹੈ ਸੋ ਉਹ ਦਰ ਘਰ। ਉਹ ਕਿਹੜਾ ਘਰ ਹੈ? ਇਸ ਪ੍ਰਕਾਰ ਉਚਾਰਦੇ ਨੇ। ਸੋਦਰ ਤੇਰਾ ਕੇਹਾ ਸੋਦਰ ਕੇਹਾ। ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ, ਉਹ ਤੇਰੇ ਸੱਚਖੰਡ ਦਾ ਦਰਵਾਜ਼ਾ ਕਿਹੜਾ ਹੈ? ਉਹ ਤੇਰਾ ਸੱਚਖੰਡ ਕਿਹੋ ਜਿਹਾ ਕਿਹੜਾ ਹੈ? ਜਿਤ ਬਹਿ ਸਰਬ ਸਮਾਲੇ। ਜਿੱਥੇ ਤੁਸੀਂ ਬੈਠ ਕਰਕੇ ਸਾਰੇ ਹੀ ਮਾਤ ਲੋਕ ਦੇ ਜੀਵਾਂ ਦੀ ਰੱਖਿਆ ਕਰਦੇ ਹੋ, ਸੰਭਾਲ ਕਰਦੇ ਹੋ। ਬਾਜੇ ਤੇਰੇ ਨਾਦ ਅਨੇਕ ਸੰਖਾ। ਅਨੇਕਾਂ ਹੀ ਬਾਜੇ, ਅਨੇਕਾਂ ਹੀ ਜਿਹੜੇ ਨਾਦ ਧੁਨਾਂ ਵੱਜਦੀਆਂ ਨੇ। ਤੇਰੇ ਬਾਵਨ ਹਾਰੇ। ਕਿੰਨੇ ਕੁ ਉਹ ਧੁਨਾਂ ਬਾਜਿਆਂ ਨੂੰ ਵਜਾਉਣ ਵਾਲੇ ਨੇ, ਤੈਨੂੰ ਗਾਉਣ ਵਾਲੇ ਨੇ। ਤੇਰੇ ਰਾਗ ਬਰੀ ਸਿਉ ਕਹੀਏ ਹੈ। ਕਿੰਨੇ ਤੇਰੇ ਰਾਗ ਨੇ ਔਰ ਰਾਗਾਂ ਦੀਆਂ ਪਤਨੀਆਂ ਜੋ ਘਰਾਂ ਵਾਲੀਆਂ ਨੇ। ਤੇਰੇ ਗਾਵਨ ਹਾਰੇ। ਕਿੰਨੇ ਉਹਨਾਂ ਰਾਗਾਂ ਦੇ ਪੁੱਤਰ ਧੀ ਹਨ। ਗਾਵਨ ਦੁਦਨੋ ਪੌਣ ਪਾਣੀ ਬਹਿ ਸੰਤਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਰ ਤਾਈ ਉਚਾਰਦੇ ਨੇ। ਮਹਾਰਾਜ ਮਾਤ ਲੋਕ ਤੇ ਗਾਵਨ ਦੁੱਧਨੋਂ ਪਾਉਣ, ਜਿਹੜੀ ਹਵਾ ਹੈ, ਪਾਣੀ ਹੈ, ਬਸੰਤਰ ਅੱਗ ਹੈ। ਗਾਵੇ ਰਾਜਾ ਧਰਮ ਦੁਆਰੇ। ਔਰ ਜਿਹੜਾ ਧਰਮ ਰਾਜਾ ਹੈ, ਇਹ ਸਾਰੇ ਹੀ ਤੈਨੂੰ ਗਾਉਂਦੇ ਨੇ, ਤੇਰਾ ਆਸਰਾ ਲੈਂਦੇ ਨੇ। ਗਾਵਨ ਦੁਦਨੋ ਚਿਤ ਗੁਪਤ ਲਿਖ ਜਾਣਨ। ਮਹਾਰਾਜ ਜਿਹੜੇ ਚਿੱਤਰ ਗੁਪਤ ਹਨ ਨਾ,
ਇਹ ਵੀ ਸਾਰੇ ਤੈਨੂੰ ਹੀ ਧਿਆਉਂਦੇ ਨੇ। ਲਿਖ ਲਿਖ ਧਰਮ ਵਿਚਾਰੇ ਤੇ ਲੋਕਾਂ ਦੇ ਕੀਤੇ ਚੰਗੇ ਮਾੜੇ ਕਰਮ ਕੇ ਚਿਤਰਗੁਪਤ ਲਿਖਦਾ ਹੈ ਤੇ ਧਰਮ ਰਾਜ ਵਿਚਾਰਦਾ ਹੈ ਕਿ ਕਿਤੇ ਕੋਈ ਭੁੱਲ ਨਾ ਹੋ ਜਾਵੇ, ਇਸ ਲਈ ਤੈਨੂੰ ਧਿਆਉਂਦੇ ਨੇ। ਈਸ਼ਰ ਬ੍ਰਹਮਾ ਦੇਵੀ ਮਹਾਰਾਜ ਜਿਹੜਾ ਈਸ਼ਰ ਸ਼ਿਵ ਜੀ ਹੈ ਜੋ ਬ੍ਰਹਮਾ, ਇਹ ਵੀ ਤੇਰਾ ਆਸਰਾ ਮੰਨਦੇ ਨੇ। ਸੋਹਣ ਤੇਰੇ ਸਦਾ ਸਵਾਰੇ ਤੇ ਜਿਹੜੇ ਤੇਰੇ ਸਵਾਰੇ ਨਿਆਰੇ ਭਗਤ ਨੇ ਉਹ ਵੀ ਤੇਰਾ ਨਾਮ ਲੈਂਦੇ ਸੋਭਦੇ ਨੇ। ਕਾਵਨ ਤਨੋ ਇੰਦਰ ਇੰਦਰਾਸਨ ਬੈਠੇ ਆਪਣੇ ਸਵਰਗਪੁਰੀ ਦੇ ਇੰਦਰਾਸਨ ਤਖਤ ਤੇ ਬੈਠਾ ਇੰਦਰ ਵੀ ਤੈਨੂੰ ਗਾਉਂਦਾ ਹੈ। ਦੇਵਤਿਆਂ ਦਰਨਾਲੇ ਜਿੰਨੇ ਵੀ ਦੇਵਤੇ ਹਨ ਆਪਣੀਆਂ ਮੌਜਾਂ ਸਮੇਤ ਤੇਰਾ ਨਾਮ ਜਪਦੇ ਨੇ। ਕਾਵਨ ਤਨੋ ਸਿੱਧ ਸਮਾਧੀ ਅੰਦਰ ਮਹਾਰਾਜ ਜਿਹੜੇ ਸਿੱਧ 84 ਸਮਾਧੀ ਵਿੱਚ ਬੈਠੇ ਨੇ ਉਹ ਵੀ ਤੇਰਾ ਹੀ ਨਾਮ ਲੈਂਦੇ ਨੇ। ਕਾਵਨ ਤਨੋ ਸਾਧ ਵਿਚਾਰੇ ਤੇ ਜਿਹੜੇ ਵਿਚਾਰੇ ਸਾਧ ਹਨ ਉਹ ਵੀ ਤੇਰੇ ਨਾਮ ਦਾ ਆਸਰਾ ਲੈਂਦੇ ਨੇ। ਕਾਵਨ ਤਨੋ ਜਤੀ ਸਤੀ ਸੰਤੋਖੀ ਮਹਾਰਾਜ ਜਿਹੜੇ ਛੇ ਜਤੀ ਹਨ ਔਰ ਸਤੀ ਹਨ ਇਹ ਸਾਰੇ ਹੀ ਤੈਨੂੰ ਜਪਦੇ ਨੇ। ਕਾਵਨ ਤਨੋ ਵੀਰ ਕਰਾਰੇ ਤੇ ਜਿਹੜੇ ਇਸ ਪ੍ਰਕਾਰ 52 ਵੀਰ ਹਨ ਬੜੇ ਕਰੜੇ ਸੁਭਾਅ ਵਾਲੇ ਬੜੇ ਤੇਜ ਪ੍ਰਤਾਪ ਵਾਲੇ ਉਹ ਵੀ ਤੇਰਾ ਹੀ ਨਾਮ ਜਪਦੇ ਨੇ। ਕਾਵਨ ਪੰਡਤ ਬੜੇ ਈਸ਼ਰ ਮਹਾਰਾਜ ਜਿੰਨੇ ਵੀ ਗਿਆਨੀ ਪੰਡਤ ਵਿਦਵਾਨ ਹਨ ਅਤੇ ਉਹਨਾਂ ਦੇ ਵਿਦਿਆਰਥੀ ਹਨ। ਜੁਗ ਜੁਗ ਵੇਦਾਂ ਨਾਲੇ ਮਹਾਰਾਜ ਜੁਗਾ ਜੁਗਾਂਤਰਾਂ ਤੋਂ ਵੇਦ ਸਾਰੇ ਹੀ ਤੈਨੂੰ ਗਾਉਂਦੇ ਨੇ। ਕਾਵਨ ਤਨੋ ਮੋਹਣੀਆਂ ਮਨਮੋਹਨ ਮਹਾਰਾਜ ਜਿਹੜੀਆਂ ਮਨਾਂ ਨੂੰ ਮੋਹਣ ਵਾਲੀਆਂ ਮੋਹਣੀਆਂ ਅਸਮਾਨ ਦੀਆਂ ਅਪਸ਼ਰਾ ਮਾਤ ਲੋਕ ਦੀਆਂ ਪਦਵਣੀਆਂ ਪਤਾਲ ਦੀਆਂ ਇਸਤਰੀਆਂ ਤੈਨੂੰ ਗਾਉਂਦੀਆਂ ਨੇ। ਸੁਰਗ ਮੱਛ ਪਿਆਲੇ ਸਵਰਗ ਦੇ ਵਿੱਚ ਪਿਆਲਾਂ ਪਤਾਲਾਂ ਦੇ ਵਿੱਚ ਵਸਣ ਵਾਲੇ ਸਾਰੇ ਹੀ ਤੇਰਾ ਆਸਰਾ ਮੰਨਦੇ ਨੇ। ਕਾਵਨ ਤਨੋ ਰਤਨ ਉਪਾਏ ਤੇਰੇ ਮਹਾਰਾਜ ਜੋ ਸਮੁੰਦਰ ਨੂੰ ਰਿੜਕ ਕਰਕੇ 14 ਰਤਨ ਨਿਕਲੇ ਸਨ ਉਹ ਵੀ ਤੇਰਾ ਹੀ ਨਾਮ ਜਪਦੇ ਨੇ। ਤੀਰਥ ਨਾਲੇ ਜਿਹੜੇ 68 ਤੀਰਥ ਹਨ ਉਹ ਵੀ ਤੇਰਾ ਹੀ ਨਾਮ ਜਪਦੇ ਨੇ। ਕਾਵਨ ਤਨੋ ਜੋਧ ਮਹਾਬਲ ਸੂਰਾ ਮਹਾਰਾਜ ਜਿੰਨੇ ਵੀ ਯੋਧੇ ਨੇ ਸੂਰਮੇ ਮਹਾਬਲੀ ਤੇਰਾ ਹੀ ਨਾਮ ਜਪਦੇ ਨੇ। ਕਾਵਨ ਤਨੋ ਖਾਣੀ ਚਾਰੇ ਮਹਾਰਾਜ ਚਾਰੇ ਖਾੜੀਆਂ ਤੇਰਾ ਨਾਮ ਜਪਦੀਆਂ ਨੇ। ਕਾਵਨ ਤਨੋ ਖੰਡ ਮੰਡਲ ਬ੍ਰਹਮੰਡਾ ਮਹਾਰਾਜ ਜਿੰਨੇ ਵੀ ਖੰਡ ਬ੍ਰਹਮੰਡ ਵਿੱਚ ਵਸਣ ਵਾਲੇ ਜੀਵ ਨੇ ਸਾਰੇ ਹੀ ਤੇਰਾ ਆਸਰਾ ਮੰਨਦੇ ਨੇ। ਕਾਰ ਕਰ ਰੱਖੇ ਤੇਰੇ ਧਾਰੇ ਮਹਾਰਾਜ ਸਾਰੇ ਤੇਰੇ ਹੀ ਪੈਦਾ ਕਰ ਰੱਖੇ ਨੇ। ਤਨੋ ਕਾਵਨ ਜੋਤ ਭਾਵਨ ਮਹਾਰਾਜ ਮੁਕਤੀ ਗੱਲ ਤਾਂ ਇਹ ਹੈ ਉਹੀ ਤੈਨੂੰ ਗਾਉਂਦੇ ਨੇ ਜਿਹੜੇ ਤੈਨੂੰ ਪਾਉਂਦੇ ਉਹੀ ਤੇਰਾ ਨਾਮ ਜਪਦੇ ਨੇ ਜਿਨ੍ਹਾਂ ਉੱਪਰ ਤੇਰੀ ਕਿਰਪਾ ਹੁੰਦੀ ਹੈ। ਤੇਰੇ ਭਗਤ ਰਸਾਲੇ ਤੇ ਜਿਹੜੇ ਭਗਤ ਹਨ ਉਹ ਤੇਰਿਆਂ ਹੀ ਰਸਾਂ ਤੇਰਿਆਂ ਹੀ ਰੰਗਾਂ ਵਿੱਚ ਰੰਗੇ ਨੇ। ਹੋਰ ਕੀਤੇ ਤਨੋ ਕਾਵਨ ਸੇਵੈ ਕਿਤਨਾ ਆਵਨ ਮਹਾਰਾਜ ਹੋਰ ਕਿੰਨੇ ਇਹਨਾਂ ਤੋਂ ਬਿਨਾਂ ਤੈਨੂੰ ਗਾਉਂਦੇ ਨੇ ਜਿਨ੍ਹਾਂ ਦੇ ਨਾਮ ਮੈਨੂੰ ਯਾਦ ਰਹੇ। ਨਾਨਕ ਕਿਆ ਵਿਚਾਰੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਨਾਮ ਹੀ ਯਾਦ ਨਹੀਂ ਫਿਰ ਉਹਨਾਂ ਦੀ ਵਿਚਾਰ ਵੀ ਕੀ ਕਰੀਏ। ਸੋਈ ਸੋਈ ਸਦਾ ਸਚ ਸਾਹਿਬ ਸੋਈ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਹਮੇਸ਼ਾ ਹੀ ਸੱਚਾ ਸਾਹਿਬ ਹੈ। ਸਾਚਾ ਸਾਚੀ ਨਾਈ ਤੇ ਉਹਦੀ ਬਣਾਈ ਰਚਨਾ ਵੀ ਸਾਰੀ ਸੱਚੀ ਹੈ। ਹੋਸੀ ਜਾਏ ਨ ਜਾਸੀ ਜਿਹੜਾ ਪਹਿਲਾਂ ਵੀ ਸੀ ਅੱਜ ਵੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਜਿਸ ਨੇ ਇਹ ਰਚਨਾ ਰਚਾਈ ਹੈ ਜਾਏ ਨਾ ਜਾਸੀ ਉਹ ਕਿਤੇ ਹੋਰ ਨਹੀਂ ਜਾਵੇਗਾ ਇੱਥੇ ਸਮਰੱਥ ਟਿਕਿਆ ਹੈ। ਰੰਗੀ ਰੰਗੀ ਭਾਤੀ ਕਰ ਕਰ ਦਿਨਸੀ ਰੰਗੀ ਰੰਗੀ ਭਾਤੀ ਜਿਨਸੀ ਇਸ ਪ੍ਰਕਾਰ ਜਿਹੜੀ ਰੰਗੀ ਰੰਗੀ ਭਾਤੀ ਜਿਨਸੀ ਇੱਥੇ ਪੰਕਤੀ ਉਚਾਰੀ ਹੈ ਕਰ ਦਾ ਸ਼ਬਦ ਨਹੀਂ ਹੈ। ਰੰਗੀ ਰੰਗੀ ਭਾਤੀ ਜਿਨਸੀ ਜਿੰਨੀ ਵੀ ਮਹਾਰਾਜ ਇਹ ਜਿਨਸਾਂ ਹਨ ਜਿਵੇਂ ਕਿ ਸ਼ੇਰ ਦੇ ਕਈ ਰੂਪ ਕਈ ਨਸਲਾਂ ਨੇ ਘੋੜੇ ਦੀਆਂ ਕਈ ਨਸਲਾਂ ਨੇ ਇਹ ਸਾਰੀਆਂ ਹੀ ਆਪ ਜੀਆਂ ਨੇ ਪੈਦਾ ਕੀਤੀਆਂ ਨੇ। ਮਾਇਆ
ਇਹ ਜਿੰਨੀ ਵੀ ਮਾਇਆ ਆਪ ਜੀਆਂ ਦੀ ਪੈਦਾ ਕੀਤੀ ਹੈ, ਕਰ ਕਰ ਦੇਖੇ ਕੀਤਾ ਆਪਣਾ। ਇਹ ਅਕਾਲ ਪੁਰਖ ਵਾਹਿਗੁਰੂ ਤੋਂ ਆਪ ਹੀ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਪਾਲਣਾ ਕਰਦਾ, ਆਪ ਹੀ ਵੇਖਦਾ ਹੈ। ਕਿਉਂ ਤਿਸਦੀ ਵਡਿਆਈ ਜਿਵੇਂ ਮਹਾਰਾਜ ਉਹਨਾਂ ਦੀ ਵਡਿਆਈ ਹੈ, ਸਾਰੀ ਆਪ ਜੀਆਂ ਦੀ ਪੈਦਾ ਕੀਤੀ ਹੈ। ਜੋ ਸੁਭਾਵੈ ਸੋਈ ਕਰਸੀ। ਮਹਾਰਾਜ ਜਿਵੇਂ ਆਪ ਜੀਆਂ ਨੂੰ ਭਾਉਂਦਾ ਹੈ ਨਾ, ਉਵੇਂ ਹੀ ਵਰਤਾਰਾ ਵਰਤਦਾ ਹੈ। ਹੁਕਮ ਨਾ ਕਰਨਾ ਜਾਈ। ਮਹਾਰਾਜ ਆਪ ਜੀਆਂ ਦਾ ਜਿਹੜਾ ਹੁਕਮ ਹੈ, ਇਹ ਟਾਲਿਆ ਨਹੀਂ ਜਾਂਦਾ। ਸੋ ਪਾਪ ਸਾਹੋ ਸਾਹਿਬ ਸਾਹਿਬ। ਮਹਾਰਾਜ ਆਪ ਜੀ ਪਾਤਸ਼ਾਹਾਂ ਦੇ ਪਾਤਸ਼ਾਹ, ਸ਼ਾਹੂਕਾਰਾਂ ਦੇ ਸ਼ਾਹੂਕਾਰ ਹਨ। ਨਾਨਕ ਰਹਿਣ ਜਾਈ। ਸਤਿਗੁਰੂ ਜੀ ਕਹਿੰਦੇ ਭਲਾ ਇਸੇ ਵਿੱਚ ਹੈ ਸੰਸਾਰ ਦੇ ਜੀਵਾਂ ਦਾ, ਕਿ ਆਪ ਜੀਆਂ ਦੀ ਰਜਾ ਵਿੱਚ ਆਪ ਜੀਆਂ ਦਾ ਭਾਣਾ ਮਿੱਠਾ ਕਰਕੇ ਮੰਨਣ ਜੀ। ਜਨ ਮੁਕਤਰ ਅਨੁਰਾਗ ਹਮੈ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਵਡਿਆਈਆਂ ਕੀਤੀਆਂ ਨੇ। ਗਾਵਤ ਆਸਾ ਰਾਗ। ਆਸਾ ਰਾਗ ਗਾ ਕਰਕੇ ਸੋਦਰ ਸ਼ਬਦ ਉਚਾਰ ਕੇ। ਸੋਦਰ ਦਾ ਜਿਹੜਾ ਸ਼ਬਦ ਉਚਾਰਨ ਕੀਤਾ ਹੈ। ਪੰਡਤ ਹਮੈ ਅਸ਼ਟਾਂਗ। ਤੇ ਮਹਾਰਾਜ ਜੀਆਂ ਨੇ 8 ਅੰਗ ਆਪਣੇ ਧਰਤੀ ਤੇ ਲਾ ਕਰਕੇ ਪਰਮੇਸ਼ਰ ਨੂੰ ਨਮਸਕਾਰ ਕੀਤੀ ਹੈ। ਸੂਰਠ ਅਖੰਡ ਮੰਡਲਾਕਾਰ ਦੇਵਤ। ਕਰੋੜਾਂ ਖੰਡਾਂ ਬ੍ਰਹਮੰਡਾਂ ਦਾ ਜੋ ਪ੍ਰਕਾਸ਼ ਹੈ। ਤੇਜ ਸਤ ਕੋਟ ਰਵ। ਜਿਹੜੇ ਕਰੋੜਾਂ ਸੂਰਜ ਕਹਿ ਲਈਏ, ਕਰੋੜਾਂ ਚੰਦਰਮੇ ਕਹਿ ਲਈਏ, ਆਨਕ ਤੜਤ ਚਮਕਾਰ। ਅਨੇਕਾਂ ਤਰੀਕਿਆਂ ਦੀ ਜੋ ਬਿਜਲੀ ਚਮਕਦੀ ਹੈ। ਕੈਸੇ ਹੋਤ ਸਮਾਨ ਦੇਖ। ਪਰਮੇਸ਼ਰ ਦੇ ਪ੍ਰਕਾਸ਼ ਦੇ ਸਮਾਨ ਬਰਾਬਰ ਨਹੀਂ। ਚੌਪਈ ਮਹਿਮਾ ਸ੍ਰੀ ਅਕਾਲ ਸੁਨਕਾਨੇ। ਜਦੋਂ ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀਆਂ ਦੇ ਮੁਖੋਂ ਵਾਹਿਗੁਰੂ ਨੇ ਆਪਣੀ ਮਹਿਮਾ ਵਡਿਆਈ ਸੁਣੀ। ਢਈ ਪ੍ਰਸੀਦ ਮੰਦ ਮੁਸਕਾਨੇ। ਬਹੁਤੀ ਕਿਰਪਾ ਧਾਰੀ ਹੈ, ਬਹੁਤਾ ਹੀ ਖੁਸ਼ ਹੋਏ ਹੱਸੇ ਨੇ। ਸ੍ਰੀ ਮੁਖ ਦੇਵਨ ਗਿਰਾ ਉਚਾਰੀ। ਤੇ ਫਿਰ ਵਾਹਿਗੁਰੂ ਜੀ ਬੋਲੇ ਨੇ, ਆਪਨ ਜਾਵੋ ਜਗਤ ਮਝਾਰੀ। ਕਿ ਹੇ ਗੁਰੂ ਨਾਨਕ, ਹੁਣ ਤੁਸੀਂ ਮਾਤ ਲੋਕ ਜਗਤ ਸੰਸਾਰ ਵਿੱਚ ਜਾਣਾ ਕਰੋ। ਜਿਹ ਕਾਰਨ ਵਿੱਚ ਧਰਿਓ ਸਰੀਰਾ। ਜਿਨ੍ਹਾਂ ਕਾਰਨਾਂ ਕਰਕੇ ਤੁਸੀਂ ਸੰਸਾਰ ਵਿੱਚ ਪ੍ਰਕਾਸ਼ ਕੀਤਾ ਧਾਰਿਆ ਹੈ। ਕਰੋ ਕਾਜ ਭੰਜੋ ਭਵ ਪੀਰਾ। ਹੁਣ ਉਹ ਆਪਣਾ ਜਾ ਕੇ ਕਾਰਜ ਸੰਪੂਰਨ ਕਰੋ, ਸੰਸਾਰ ਦੀਆਂ ਪੀੜਾਂ ਨਾਸ਼ ਕਰੋ। ਸਿੱਖੀ ਰੀਤ ਪ੍ਰਕਾਸ਼ ਹੈ ਜਪਜੀ। ਜਿਹੜੀ ਸਿੱਖੀ ਦੀ ਰੀਤ ਮਰਿਆਦਾ, ਉਸ ਨੂੰ ਪ੍ਰਕਾਸ਼ ਜਦੋਂ ਕਰ ਦੇਵੋਗੇ, ਆਪੋ ਨਿਤ ਹਮਾਰੇ ਕਬਹੀ। ਫਿਰ ਮੇਰੇ ਨੇੜੇ ਆਉਣਾ, ਫਿਰ ਸੱਚਖੰਡ ਵਾਪਸ ਆਉਣਾ ਜੀ। ਕਰਮ ਸਰਬ ਨਿਰਵਾਰੋ। ਜਿਹੜੇ ਖੋਟੇ ਕਰਮ ਕਰਨ ਵਾਲੇ ਲੋਕ ਨੇ, ਉਹਨਾਂ ਦੀ ਮਤ ਨਾਸ਼ ਕਰੋ। ਕੰਮ ਅਨੇਕਨ ਦੂਰ ਵਿਦਾਰੋ। ਅਨੇਕਾਂ ਤਰੀਕਿਆਂ ਦੇ ਜੋ ਪਾਪ ਨੇ, ਜੋ ਤੜਫ ਹੈ, ਰੋਗ ਨੇ, ਦੂਰ ਕਰ ਦੇਵੋ। ਸਤਨਾਮ ਕੋ ਕਰ ਉਪਦੇਸਾ। ਇੱਕੋ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇਵੋ। ਧਰਨੀ ਕੋ ਸਭ ਹਰੋ ਕਲੇਸਾ। ਤੇ ਜਿਹੜੇ ਧਰਤੀ ਦੇ ਲੜਾਈਆਂ ਝਗੜੇ ਕਲੇਸ਼ ਨੇ, ਨਾਸ਼ ਕਰੋ। ਸੰਗਤ ਸ੍ਰੀ ਅਕਾਲ ਕੇ ਬਚਨਾ। ਧੰਨ ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਵਾਹਿਗੁਰੂ ਦੇ ਬਚਨ ਸੁਣੇ ਨੇ, ਬੰਦੇ ਚਰਨ ਬਿਨੈ ਕਰ ਰਚਨਾ। ਇਸ ਪ੍ਰਕਾਰ ਦੋਨੋਂ ਹੱਥ ਜੋੜ ਕਰਕੇ ਨਮਸਕਾਰ ਕੀਤੀ ਬੜੇ ਹੈ। ਜਗ ਕੀ ਦੇਸਗਤ ਦਾਈ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਵੱਲ ਚਾਲਾ ਪਾਇਆ ਹੈ। ਦੀਨਨ ਬੰਦ ਦਿਆਲ ਗੁਸਾਈ। ਇਸ ਪ੍ਰਕਾਰ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਆਗਿਆ ਦਿੱਤੀ ਹੈ। ਧਰਿਓ ਦੇਖੇ ਜਿਨ ਦੁਦੇ ਨ ਕਾਰਨ। ਕਵੀ ਜੀ ਕਹਿੰਦੇ, ਇੱਕ ਨਾਮ ਦਾ ਪ੍ਰਕਾਸ਼ ਲੋਕਾਂ ਨੂੰ ਮੱਤ ਸਿੱਧੇ ਰਸਤੇ ਪਾਉਣ ਵਾਸਤੇ ਹੀ ਗੁਰੂ ਨਾਨਕ ਨੇ ਪ੍ਰਕਾਸ਼ ਧਾਰਿਆ ਹੈ, ਕੋਈ ਦੂਸਰਾ ਕਾਰਨ ਨਹੀਂ ਹੈ। ਕੇਵਲ ਮਾਨਵ ਦੁਖੀਨ ਤਾਰਨ। ਦੁਖੀ ਲੋਕਾਂ ਨੂੰ ਤਾਰਨ ਵਾਸਤੇ। ਜੇ ਨਰ ਤਨ ਕੇ ਬਚਨ ਮਾਹ ਬਚਨਨ ਮਾਹੀ। ਜਿਹੜੇ ਲੋਕ ਇਸ ਪ੍ਰਕਾਰ ਗੁਰੂ ਨਾਨਕ ਦੀ ਗੁਰਬਾਣੀ ਦੇ ਦਿੱਤੇ ਰਸਤੇ ਤੇ ਚੱਲਦੇ ਨੇ, ਜਪ ਸਦਾ ਆਪਨ ਜਮ ਭੈ ਨਾਹੀ। ਉਹਨਾਂ ਨੂੰ ਭਾਈ ਜਮਾਂ ਦਾ ਭੈ 84 ਲੱਖ ਜੂਨਾਂ ਦਾ ਭੈ ਡਰ ਮੁਕਦਾ ਹੈ। ਜਿਉ ਬਾਵਨ ਪਦ ਪੰਕਜ ਬਾਰਾ। ਜਿਵੇਂ ਇਸ ਪ੍ਰਕਾਰ 52 ਅਵਤਾਰ ਨੇ ਆਪਣੇ ਚਰਨਾਂ ਕਮਲਾਂ ਦਾ ਜਲ, ਜਪਤ ਬਿਹਾਰੀ ਸੁਰ ਸੁਰ ਧਾਰਾ। 52 ਜੋ
ਵਿਸ਼ਨੂੰ ਅਵਤਾਰ ਦੇ ਚਰਨਾਂ ਦੇ ਜਲ ਰੂਪੀ ਜਿਹੜੀ ਗੰਗਾ ਮਾਤ ਲੋਕ ਤੇ ਵਹਿੰਦੀ ਹੈ। ਸਤਿਆ ਸ੍ਰੀ ਨਾਨਕ ਉਤਮ ਬਾਣੀ। ਉਵੇਂ ਹੀ ਗੁਰੂ ਨਾਨਕ ਦੇਵ ਜੀਆਂ ਦੀ ਜਿਹੜੀ ਉਤਮ ਗੁਰਬਾਣੀ ਹੈ। ਭਾਵ ਸਭ ਵਿਸਤਾਰੀ ਗੁਣ ਖਾਨੀ। ਸਾਰੇ ਸੰਸਾਰ ਵਿੱਚ ਇਸ ਪ੍ਰਕਾਰ ਨਦੀ ਵਾਂਗ ਫੈਲਾ ਕੀਤਾ ਹੈ। ਸਰੀਰ ਜੋ ਮੱਝ ਹੈ। ਜਿਵੇਂ ਹਿੰਦੂ ਲੋਕਾਂ ਦਾ ਖਿਆਲ ਹੈ ਕਿ ਆਪਣੇ ਸਰੀਰ ਦਾ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਪਾਪ ਕਮਾਤੇ ਸਭੀ ਭੱਜੇ। ਤੇ ਕੀਤੇ ਹੋਏ ਪਾਪ ਸਾਰੇ ਹੀ ਨਾਸ਼ ਹੋ ਜਾਂਦੇ ਨੇ, ਲਹਿ ਜਾਂਦੇ ਨੇ। ਸੁਖਮ ਮਨ ਇਸਨਾਨਾ। ਇਵੇਂ ਹੀ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਗੁਰਬਾਣੀ ਰੂਪੀ ਸਰੋਵਰ ਵਿੱਚ ਮਨ ਰੂਪੀ ਇਸ਼ਨਾਨ ਕਰਦੇ ਨੇ। ਇਸ ਪ੍ਰਕਾਰ ਉਹ ਲੋਕ ਗਤੀ ਪਾਉਂਦੇ, ਮੁਕਤੀ ਪਾਉਂਦੇ ਨੇ। ਜਿਹੜੀ ਗੰਗਾ ਹੈ ਤਾਂ ਉਹ ਤਾਂ ਇੱਕੋ ਹੀ ਇਲਾਕੇ ਵਿੱਚ ਵਗਦੀ ਹੈ, ਪਰ ਗੁਰੂ ਨਾਨਕ ਦੀ ਗੁਰਬਾਣੀ ਰੂਪੀ ਗੰਗਾ ਜੋ ਘਰ ਘਰ ਵਗਦੀ ਹੈ ਤੇ ਬੜਾ ਸੌਖਾ ਤਰੀਕਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਗੁਰਬਾਣੀ ਨੂੰ ਪੜ੍ਹ ਕੇ। ਜੋ ਪੜ੍ਹਦੇ ਹਨ, ਜੋ ਸੁਣਦੇ ਹਨ, ਉਹ ਇਸ ਪ੍ਰਕਾਰ ਸੁਖ ਪਾਉਂਦੇ ਨੇ। ਇਸ ਪ੍ਰਕਾਰ ਜੋ ਭਾਈ ਗੁਰਬਾਣੀ ਨਹੀਂ ਪੜ੍ਹਦੇ, ਸਤ ਸੰਗਤ ਨਹੀਂ ਕਰਦੇ, ਉਹ ਇੱਕ ਜੁਆਰੀ ਵਾਂਗ, ਜੂਏ ਵਾਂਗ ਆਪਣਾ ਅਮੋਲਕ ਸਰੀਰ, ਇਸ ਪ੍ਰਕਾਰ ਹੀਰਿਆਂ ਵਰਗਾ ਅਮੋਲਕ ਸਰੀਰ ਕੌਡੀਆਂ ਦੇ ਭਾਅ ਹਾਰ ਜਾਂਦੇ ਨੇ। ਕਵੀ ਜੀ ਕਹਿੰਦੇ ਮੇਰੀ ਤਾਂ ਇੱਕੋ ਹੀ ਅਰਦਾਸ ਹੈ ਜੋ ਸਤ ਸੰਗਤ ਰੂਪੀ ਸਰੋਵਰ ਘਾਟ ਹੈ। ਇਹ ਭਾਈ ਜਿੰਨਾ ਸਮਾਂ ਸਰੀਰ ਵਿੱਚ ਸਵਾਸ ਹਨ, ਹਰ ਰੋਜ਼ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਅੰਦਰ ਇਸ਼ਨਾਨ ਕਰੋ ਜੀ। ਤੇ ਦੋਨੋਂ ਹੱਥ ਜੋੜ ਕਰਕੇ ਕਵੀ ਜੀ ਬੰਦਨਾ ਅਰਦਾਸ ਕਰਦੇ ਨੇ। ਨਮਸਕਾਰ ਹੋਵੇ, ਨਮਸਕਾਰ ਹੋਵੇ ਗੁਣਾ ਦੀ ਖਾਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਤੇ ਸੰਗਤ ਜੀ ਆਪ ਜੀਆਂ ਦੇ ਸੰਯੋਗ ਦਾ ਸਦਕਾ ਅੱਜ ਜੋ ਗੁਰ ਇਤਿਹਾਸ ਦੀ ਤੀਸਰੀ ਪੋਥੀ ਹੈ ਇਹ ਸਮਾਪਤ ਹੋਈ। ਤਕਰੀਬਨ 8-9 ਮਹੀਨੇ ਹੋ ਗਏ ਨੇ ਕਥਾ ਆਰੰਭ ਹੋਈ। 5 ਨਵੰਬਰ ਨੂੰ ਕਥਾ ਆਰੰਭ ਕੀਤੀ ਸੀ ਤੇ ਅੱਜ ਸਤਿਗੁਰਾਂ ਦੀ ਕਿਰਪਾ ਸਦਕਾ ਤੀਸਰੀ ਪੋਥੀ ਸੰਪੂਰਨ ਹੋਈ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਇਤਿਹਾਸ ਦੀ ਜੀਵਨ ਕਥਾ। ਕੱਲ ਨੂੰ ਜੋ ਚੌਥੀ ਪੋਥੀ ਦੀ ਆਰੰਭਤਾ ਹੋਣੀ ਹੈ, ਜਿਸ ਦੇ ਵਿੱਚ ਅੱਗੇ ਜਾ ਕੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਇਤਿਹਾਸ ਵੀ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਇਸੇ ਤਰ੍ਹਾਂ ਹਰ ਰੋਜ਼ ਸੰਗਤ ਦੇ ਵਿੱਚ ਆ ਕੇ ਹਾਜ਼ਰੀਆਂ ਭਰਨੀਆਂ, ਸੰਜੋਗ ਬਖਸ਼ਣਾ, ਹੁੰਗਾਰਾ ਬਖਸ਼ਣਾ, ਅਰਦਾਸਾਂ ਕਰਨੀਆਂ ਕਿ ਜੋ ਸਤਿਗੁਰਾਂ ਨੇ ਨਗਰ ਵਿੱਚ ਕਥਾ ਦੀ ਸਾਨੂੰ ਦਾਤ ਬਖਸ਼ੀ ਹਨ। ਇਹਦੀਆਂ 14 ਪੋਥੀਆਂ, ਤੀਸਰੀ ਪੋਥੀ ਸੰਪੂਰਨ ਹੋਈ ਹੈ, ਮਗਰ 11 ਪੋਥੀਆਂ ਬਚਦੀਆਂ। ਤਕਰੀਬਨ 6-7 ਸਾਲ ਦੇ ਵਿੱਚ ਇਹ ਕਥਾ ਸੰਪੂਰਨ ਹੋਣੀ ਹੈ। ਇੱਕੋ ਹੀ ਅਰਦਾਸ ਕਰਿਓ ਕਿ ਇਹ ਕਥਾ ਵਾਰਤਾ ਕਰਦੀ ਪਰਮੇਸ਼ਰ ਦਾਤ ਬਖਸ਼, ਮਤ ਬਖਸ਼, ਬੁੱਧੀ ਬਖਸ਼। ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦਾ ਲਾਹਾ ਲੈਣਾ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ। ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮਿਲ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਬਚੀਆਂ ਵਾਗਾਈਆਂ। ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ, ਸਭ ਦੂਤਾ ਗਾਵੋ ਹਰੀ ਮੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੁਮ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ
ਕੱਲਾ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਤਿ ਸਾਹਿਬਾ ਗਿਆਨਾਹੀ ਕਰਦੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਭਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੈ ਨਾਨਕ ਸੱਚੇ ਸਾਹਿਬ ਗਿਆਨਾਹੀ ਕਰਤੇ ਹੈ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਕੀਤਾ ਗੁਰ ਬਿਟਾ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸਮਹ ਸੰਤਹ ਸਬਦ ਤਰਹ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਕਬ ਸੁਭਾਗੈ ਕਬ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਤੈ ਸਭ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸਮਹਾਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਕਹਤੇ ਭਗਤ ਸਭ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਕਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਧਿਆਇਆ